ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉ ਚੱਲ ਹੈ ਗੁਰ ਚਾਲੀ। ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉ ਚੱਲ ਹੈ ਗੁਰ ਚਾਲੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਵੱਡੇ ਭਾਗਾਂ ਵਾਲੇ ਹਾਂ। ਅੰਮ੍ਰਿਤ ਵੇਲੇ ਦੀ ਪ੍ਰਾਪਤੀ ਹੋਈ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ। ਪਵਿੱਤਰ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਆਓ ਕੁਝ ਸਮਾਂ ਆਪਾਂ ਗੁਰੂ ਇਤਿਹਾਸ ਦੀ ਵਿਚਾਰ ਨਾਲ ਜੁੜਨਾ ਕਰੀਏ। ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਪਸੀ ਫਤਿਹ ਦੀ ਸਾਂਝ ਪਾਉਣਾ ਕਰੀਏ। ਗੁਰਬਖਸ਼ੀ ਫਤਿਹ ਬੁਲਾ ਕੇ ਰਸਨਾ ਨੂੰ ਪਵਿੱਤਰ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਇਤਿਹਾਸ ਆਪਾਂ ਰੋਜ਼ਾਨਾ ਵਿਚਾਰਦੇ ਹਾਂ। ਪ੍ਰਸੰਗ ਚੱਲ ਰਿਹਾ ਸੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਗਰੇ ਦੀ ਧਰਤੀ ਤੇ ਸੁਭਾਈਮਾਨ ਹਨ। ਦੱਖਣ ਵੱਲ ਜਾ ਰਹੇ ਨੇ। ਨਿਤਾ ਪ੍ਰਤੀ ਸਤਿਗੁਰੂ ਜੀ ਦੇ ਕੋਲੇ ਬੜੀਆਂ ਸਿੱਖ ਸੰਗਤਾਂ ਆਉਂਦੀਆਂ ਨੇ। ਗੁਰ ਉਪਦੇਸ਼ ਨੂੰ ਦ੍ਰਿੜ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੀਆਂ ਹਨ। ਇੱਕ ਦਿਨ ਬਹੁਤ ਸਿੱਖਾਂ ਨੇ ਜਦੋਂ ਗੁਰਮੰਤਰ ਪ੍ਰਾਪਤ ਕੀਤਾ ਤਾਂ ਮਹਾਰਾਜ ਜੀ ਨੇ ਸਭਨਾਂ ਨੂੰ ਕੱਛ ਕੇਸ ਰੱਖਣ ਦਾ ਹੁਕਮ ਹੋਇਆ। ਕੱਛ ਤੋਂ ਮਤਲਬ ਕਿ ਸਿਹਰਾ। ਇਹ ਥੋੜਾ ਜਿਹਾ ਕੱਲ ਵੀ ਆਪਾਂ ਵਿਚਾਰਿਆ ਸੀ।
ਮਹਾਰਾਜ ਜੀ ਦਾ ਹੁਕਮ ਹੋਇਆ, ਭਾਈ ਕਸਿਹਰਾ ਪਹਿਨ ਕੇ ਰੱਖਣਾ ਹੈ ਤੇ ਕੇਸ ਕਤਲ ਨਹੀਂ ਕਰਵਾਉਣੇ, ਇਹਨਾਂ ਦੀ ਬੇਅਦਬੀ ਨਹੀਂ ਕਰਨੀ ਹੈ। ਜਦੋਂ ਇਹ ਹੁਕਮ ਹੋਇਆ ਤਾਂ ਗੁਰੂ ਜੀ ਦੇ ਬਚਨਾਂ ਦੀ ਕਾਟ ਕਰਦਿਆਂ ਹੋਇਆਂ ਇੱਕ ਸਿੱਖ ਨੇ ਬੇਨਤੀ ਕੀਤੀ, ਨੌਨਿੱਧਰ ਆਏ, ਉਹਦਾ ਨਾਮ ਹੈ, ਕਪੂਰੇ ਦੀ ਜੜ ਦੇ ਵਿੱਚੋਂ ਹੈ। ਕਹਿੰਦਾ ਮਹਾਰਾਜ ਹੁਣ ਆਪ ਕੇਸ ਰਖਵਾਉਂਦੇ ਹੋ, ਪਹਿਲੇ ਕਿਸੇ ਨੇ ਨਹੀਂ ਰਖਾਏ ਹਨ। ਤਾਂ ਬਚਨ ਹੋਇਆ, ਭਾਈ ਸਿੱਖਾ ਤੈਨੂੰ ਗਿਆਨ ਨਹੀਂ ਹੈ, ਤੂੰ ਕਦੇ ਪੜ੍ਹਿਆ ਨਹੀਂ ਹੈ। ਮਹਾਰਾਜ ਜੀ ਕਹਿੰਦੇ ਕਦੇ ਭਾਈ ਮਹਾਭਾਰਤ ਦਾ ਇਤਿਹਾਸ ਤੇ ਪੁਰਾਣ ਆਦਿਕ ਸੁਣੇ ਹੋਣਗੇ? ਕਹਿੰਦਾ ਨਾ ਜੀ। ਮਹਾਰਾਜ ਕਹਿਣ ਲੱਗੇ, ਭਾਈ ਪਹਿਲਾਂ ਜਿੰਨੇ ਵੀ ਰਿਖੀ ਮੁਨੀ ਹੁੰਦੇ ਸੀ, ਰਾਜੇ ਮਹਾਰਾਜੇ ਹੁੰਦੇ ਸੀ, ਸਭ ਕੱਸ ਕੇਸ ਰੱਖਦੇ ਤੇ ਹੋਰਨਾਂ ਤੋਂ ਰਖਾਉਂਦੇ ਸੀ। ਜੋ ਉਹਨਾਂ ਦੀਆਂ ਮੂਰਤਾਂ ਤੋਂ ਪ੍ਰਤੱਖ ਦੇਖੀਂਦਾ, ਮਹਾਰਾਜ ਜੀ ਕਹਿੰਦੇ ਜਦੋਂ ਤੱਕ ਇਸ ਦੇਸ਼ ਦੇ ਵਿੱਚ ਮਹਾਰਾਜ ਜੀ ਕਹਿੰਦੇ ਕੱਸ ਕੇਸ ਰੱਖਣ ਦਾ ਰਿਵਾਜ ਰਿਹਾ, ਤਦੋਂ ਤੱਕ ਤਾਂ ਇਹਨਾਂ ਦੇ ਪ੍ਰਤਾਪ ਨਾਲ ਭਾਰਤ ਵਰਸ਼ੀ ਮਹਾਰਾਜੇ ਹੋਰ ਮੁਲਕਾਂ ਨੂੰ ਫਤਿਹ ਕਰਦੇ ਰਹੇ ਤੇ ਆਪਣਾ ਹੁਕਮ ਚਲਾਉਂਦੇ ਰਹੇ। ਮਹਾਰਾਜ ਜੀ ਕਹਿੰਦੇ ਜਦ ਤੋਂ ਇਹਨਾਂ ਨੇ ਕੱਸ ਕੇਸ ਤਿਆਗ ਦਿੱਤਾ ਹੈ, ਉਸੇ ਦਿਨ ਤੋਂ ਪਹਿਲਾਂ ਬੋਧੀਆਂ ਨੇ ਹਮਲਾ ਕੀਤਾ, ਫਿਰ ਤਾਤਾਰੀ ਲੋਕ, ਆਰੀਅਨ ਲੋਕ ਆਏ। ਇਹਨਾਂ ਨੇ ਭਾਰਤ ਵਰਸ਼ੀਆਂ ਤੋਂ ਹੀ ਆ ਕੇ ਉਲਟਾ ਭਾਰਤ ਖੰਡ ਸੀ, ਜਿਹੜਾ ਭਾਰਤ ਦਾ ਇਹ ਖਿੱਤਾ ਸੀ, ਉਹ ਖੋਹ ਲਿਆ। ਉਹ ਨਿਕਲੇ ਤਾਂ ਮਹਾਰਾਜ ਜੀ ਕਹਿੰਦੇ ਫਿਰ ਮੁਸਲਮਾਨਾਂ ਨੇ ਅਜਿਹੇ ਦਬਾਏ ਕਿ ਇਹਨਾਂ ਰਾਜਪੂਤਾਂ ਸਤਰੀਆਂ ਦੀ ਇੱਜ਼ਤ, ਦੌਲਤ, ਬਹੂ ਬੇਟੀ, ਕੋਈ ਚੀਜ਼ ਨਾ ਇਹਨਾਂ ਨੇ ਛੱਡੀ। ਇਸ ਵਾਸਤੇ ਅਸੀਂ ਹੁਣ ਫੇਰ ਉਹੀ ਜਿਹੜਾ ਮੁੱਢ ਕਦੀਮੀ ਰਿਵਾਜ ਹੈ ਨਾ, ਕੱਸ ਤੇ ਕੇਸ ਰੱਖਣ ਦਾ, ਮਹਾਰਾਜ ਜੀ ਕਹਿੰਦੇ ਉਹ ਭਾਈ ਅਸੀਂ ਆਰੰਭ ਕੀਤਾ ਹੈ। ਸੋ ਮਹਾਰਾਜ ਜੀ ਕਹਿੰਦੇ ਜੇਕਰ ਸਭ ਲੋਕ ਧਾਰਨ ਕਰ ਲੈਣ ਨਾ, ਤਾਂ ਪੱਕਾ ਭਰੋਸਾ ਹੈ ਕਿ ਰਾਜ ਪ੍ਰਤਾਪ ਭਾਰਤ ਵਰਸ਼ੀਆਂ ਦਾ ਫੇਰ ਵੈਸਾ ਹੀ ਹੋ ਜਾਵੇਗਾ ਜੈਸਾ ਰਾਜ ਰਾਜੇ ਅਸ਼ੋਕ ਚੱਕਰ ਦਾ ਹੋਇਆ ਤੇ ਜੈਸਾ ਰਾਜ ਰਾਜਾ ਚੰਦਰਗੁਪਤ ਮੌਰੀਆ ਦਾ ਹੋਇਆ। ਚੰਦਰਗੁਪਤ ਮੌਰੀਆ ਪਿਆਰਿਓ ਇਸ ਦੇਸ਼ ਦਾ ਬਹੁਤ ਵੱਡਾ ਰਾਜਾ ਹੋਇਆ ਤੇ ਹੋਇਆ ਵੀ ਉਹ ਅੱਜ ਦੇ ਸਮੇਂ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਆ ਉਹਨਾਂ ਵਿੱਚੋਂ ਹੈ। ਇਹ ਤਾਂ ਸਾਨੂੰ ਸ਼ੂਦਰ ਬਣਾ ਦਿੱਤਾ ਗਿਆ ਸਾਰੀਆਂ ਕੈਟਾਗਰੀਆਂ ਨੂੰ, ਆਪ ਵੱਡੇ ਬਣ ਕੇ ਬੈਠ ਕੇ, ਕਿਉਂਕਿ ਆਰੀਅਨ ਸਮਾਜ ਦੇ ਲੋਕ ਸੀ, ਇਹ ਆਏ ਸੀ ਬਾਹਰੋਂ। ਸੋ ਮਹਾਰਾਜ ਜੀ ਕਹਿੰਦੇ ਭਾਈ ਜੇਕਰ ਅੱਜ ਵੀ ਭਾਰਤ ਵਰਸ਼ੀ ਕੱਸ ਤੇ ਕੇਸ ਰੱਖਣ ਲੱਗ ਜਾਣ ਨਾ, ਤਾਂ ਇਹਨਾਂ ਦਾ ਰਾਜ ਅਸ਼ੋਕ ਰਾਜੇ ਦੇ ਰਾਜ ਵਰਗਾ, ਚੰਦਰਗੁਪਤ ਮੌਰੀਆ ਰਾਜੇ ਵਰਗਾ ਰਾਜ ਹੋ ਜਾਏਗਾ। ਤੇ ਦੂਸਰਾ ਮਹਾਰਾਜ ਜੀ ਕਹਿੰਦੇ ਭਾਈ ਮਗਜ ਨੂੰ ਗਰਮੀ ਅਤੇ ਸਰਦੀ ਨਹੀਂ ਵਿਆਪਦੀ ਹੈ, ਕੇਸ ਰੱਖੇ ਹੋਣਗੇ। ਐਵੇਂ ਨਹੀਂ ਦਿੱਤੇ ਪਿਆਰਿਓ। ਸਾਡੇ ਸਰੀਰ ਤੇ
ਕੇਸ ਸਾਰੇ ਤੇ ਹੈ, ਸਭ ਤੋਂ ਲੰਬੇ ਕੇਸ ਪਿਆਰਿਓ ਸਿਰ ਦੇ ਉੱਪਰ ਹੁੰਦੇ ਹੈ, ਕਿਉਂਕਿ ਇੱਥੇ ਸਾਡੇ ਸਰੀਰ ਦਾ ਅਹਿਮ ਪਾਰਟ ਹੈ, ਜਿਹਨੂੰ ਦਿਮਾਗ ਕਹਿੰਦੇ ਆਪਾਂ। ਇਹ ਸਾਡੇ ਸਰੀਰ ਦਾ ਅਹਿਮ ਪਾਰਟ ਹੈ। ਦਿਮਾਗ ਕੰਮ ਨਹੀਂ ਕਰੇਗਾ, ਸਰੀਰ ਨੂੰ ਸੁੱਧ ਬੁੱਧ ਨਹੀਂ ਰਹੇਗੀ, ਸਰੀਰ ਕੋਈ ਵੀ ਕੰਮ ਨਹੀਂ ਕਰੇਗਾ, ਕੁਝ ਵੀ ਖਾਵੇਗਾ ਨਹੀਂ, ਕੁਝ ਵੀ ਸਵਾਰੇਗਾ ਨਹੀਂ। ਇਹਦੀ ਸੇਫਟੀ ਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਕਿੱਡੇ ਕਿੱਡੇ ਕੇਸ ਇਹ ਤੇ ਪੈਦਾ ਕੀਤੇ ਨੇ। ਇਹਨਾਂ ਦੇ ਰਾਹੀਂ ਅੱਜ ਵਿਗਿਆਨ ਵੀ ਮੰਨਦੀ ਹੈ, ਇਹਨਾਂ ਦੇ ਰਾਹੀਂ ਸਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ। ਇਹ ਸਾਡੇ ਰੋਮ ਨੇ ਸਰੀਰ ਦੇ, ਇੱਥੋਂ ਦੀ ਐਨਰਜੀ ਜਾਂਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵੱਡੀ ਗੱਲ ਇਹ ਕਿ ਮਗਜ ਨੂੰ ਗਰਮੀ ਸਰਦੀ ਨਹੀਂ ਲੱਗਦੀ, ਭਾਵ ਦਿਮਾਗ ਨੂੰ, ਤੇ ਚੋਟ ਤੋਂ ਬਚਾ ਰਹਿੰਦਾ। ਹੁਣ ਅੱਜ ਵੀ ਆਪਾਂ ਵੇਖਦੇ ਆ ਨਾ, ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਜਾਵੇ, ਆਪਾਂ ਵੇਖਦੇ ਹੀ ਆ ਕਈ ਵਾਰੀ ਨਾ ਬੰਦੇ ਦੇ ਕੇਸ ਰੱਖੇ ਹੁੰਦੇ ਆ ਤੇ ਪੱਗ ਬੰਨੀ ਹੁੰਦੀ ਹੈ, ਜੂੜਾ ਕੀਤਾ ਹੁੰਦਾ ਹੈ, ਉਹ ਪੱਗ ਦੇ ਕਾਰਨ ਕਿੱਡਾ ਵੱਡਾ ਬਚਾਅ ਹੋ ਜਾਂਦਾ ਹੈ। ਐਕਸੀਡੈਂਟ ਭੈੜਾ ਹੋਇਆ ਹੁੰਦਾ ਤੇ ਸਿਰ 'ਚ ਸੱਟ ਨਹੀਂ ਵੱਜਦੀ, ਆਪਾਂ ਕਹਿੰਦੇ ਵੀ ਅੱਜ ਤੇ ਰੱਖ ਲਏ ਪਰਮਾਤਮਾ ਨੇ। ਸੇਫਟੀ ਹੈ, ਬਚਾਅ ਹੈ, ਚੋਟ ਤੋਂ ਬਚਾਉਂਦਾ ਪਿਆਰਿਓ। ਸੋ ਮਹਾਰਾਜ ਕਹਿੰਦੇ ਬਾਕੀ ਸਭ ਤੋਂ ਵੱਡਾ ਗੁਣ ਕੇਸ ਰੱਖਣ ਦਾ ਇਹ ਹੈ ਕਿ ਈਸ਼ਵਰ ਦੀ ਆਗਿਆ ਦਾ ਪਾਲਣ ਹੁੰਦਾ ਹੈ, ਕਿਉਂਕਿ ਪ੍ਰਮਾਤਮਾ ਨੇ, ਈਸ਼ਵਰ ਨੇ ਆ ਸਰੀਰ ਸਾਜਿਆ, ਇਹਦੇ ਨਾਲ ਕੋਈ ਛੇੜਖਾਨੀ ਨਹੀਂ ਹੁੰਦੀ ਹੈ ਜੇ ਬੰਦਾ ਕੇਸ ਰੱਖੇ। ਆਗਿਆ ਦਾ ਪਾਲਣ ਹੈ। ਮਹਾਰਾਜ ਜੀ ਕਹਿੰਦੇ ਆਪਣੇ ਮਾਲਕ ਦੀ ਆਗਿਆ ਪਾਲਣ ਜੈਸਾ ਹੋਰ ਕੋਈ ਪੁੰਨੀ ਹੀ ਨਹੀਂ ਹੈ, ਤੇ ਆਗਿਆ ਨੂੰ ਭੰਗ ਕਰਨ ਵਰਗਾ ਪਾਪ ਨਹੀਂ ਹੈ। ਜਿਵੇਂ ਇਸੇ ਕਰਕੇ ਆਖਿਆ ਨਾ, ਮਹਾਰਾਜ ਜੀ ਨੇ ਬਚਨ ਕੀਤੇ ਹੈ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਮਹਾਰਾਜ ਜੀ ਦੇ ਬਚਨ ਨੇ। ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਵਾਹਿਗੁਰੂ ਜੀ ਦੀ, ਈਸ਼ਵਰ ਦੀ ਸਾਬਤ ਸੂਰਤ ਨੂੰ ਭੰਨਦਾ ਹੈ ਨਾ, ਮਹਾਰਾਜ ਜੀ ਕਹਿੰਦੇ ਉਹ ਰੱਬ ਦਾ ਬੇਈਮਾਨ ਹੈ, ਰੱਬ ਨਾਲੋਂ ਬੇਈਮਾਨ ਹੋ ਗਿਆ। ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਮਾਲਕ ਦਾ ਹੁਕਮ ਮੰਨਣ ਵਰਗਾ ਪੁੰਨ ਨਹੀਂ, ਤੇ ਆਪਣੇ ਮਾਲਕ ਦੀ ਆਗਿਆ ਭੰਗ ਕਰਨ ਵਰਗਾ ਕੋਈ ਪਾਪ ਨਹੀਂ। ਸੋ ਕੇਸ ਕਟਾਉਣ ਵਾਲੇ ਆਗਿਆ ਭੰਗ ਕਰਦੇ ਨੇ, ਮਹਾਰਾਜ ਬਚਨ ਕਰਦੇ ਹੈ ਕਲਗੀਧਰ ਪਿਤਾ। ਤੇ ਸਤਿਗੁਰ ਕਹਿੰਦੇ ਰੱਖਣ ਵਾਲੇ ਪਾਲਦੇ ਹੈ। ਹਰ ਕਸ ਜੋ ਹੈ ਭਾਈ ਕਸਹਿਰਾ, ਸੋ ਅਖਾੜੇ ਦਾ ਬਾਣਾ ਹੈ, ਅਤ ਉੱਤਮ ਪੜਦਾ ਸਮਝ ਕੇ ਕਰਾਈ ਹੈ। ਮਹਾਰਾਜ ਜੀ ਕਹਿੰਦੇ ਤਾਂ ਹੀ ਸਭ ਸੂਰਬੀਰ ਤੇ ਪਹਿਲਵਾਨ ਪਹਿਨਦੇ ਨੇ ਪਿਆਰਿਓ। ਦੇਖੋ ਤ੍ਰੇਤੇ ਦੇ ਵਿੱਚ ਤੇ ਦੁਆਪਰ ਦੇ ਵਿੱਚ ਜੋਗੀਆਂ ਦੀਆਂ ਮੂਰਤਾਂ ਨੂੰ, ਜਿਨ੍ਹਾਂ ਤੋਂ ਇਹ ਬਾਣਾ ਸਿੱਧ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਸੋ ਇਹ ਬਾਣਾ ਰੱਖਣਾ, ਧਰਮ ਦੀ ਕਿਰਤ ਕਰਕੇ ਖਾਣੀ, ਵਿਹਾਰਾਂ ਵਿੱਚ ਸੱਚ ਬੋਲਣਾ, ਆਪਣੇ ਵਿੱਤੋਂ ਬਾਹਰਾ ਕੋਈ ਕੰਮ ਨਾ ਕਰਨਾ, ਭਾਵ ਆਪਣੀ ਵਿੱਤ ਤੋਂ ਬਾਹਰ ਕੋਈ ਕੰਮ ਨਾ ਕਰਨਾ। ਜਿਵੇਂ ਬਾਣੀ ਵੀ ਕਹਿੰਦੀ ਹੈ, ਜੈਸਾ ਵਿੱਤ ਤੈਸਾ ਹੋਏ ਵਰਤੈ, ਭਾਵ ਜਿੰਨਾ ਕੁ ਤੇਰੇ ਕੋਲੇ ਵਿੱਤ ਹੈ ਨਾ, ਜਿੰਨਾ ਕੁ ਤੇਰੇ ਕੋਲੇ ਕਮਾਈ ਦਾ ਸਾਧਨ ਹੈ, ਓਨਾ ਕੁ ਤੂੰ ਕੰਮ ਵਿੱਢ ਕੋਈ। ਜਿਵੇਂ ਆਪਾਂ ਇਸੇ ਗੱਲ ਨੂੰ ਜੇ ਲੋਕਾਚਾਰੀ ਦੇ ਮੁਤਾਬਕ ਵਿਚਾਰੀਏ ਤਾਂ ਜਿਵੇਂ ਆਪਾਂ ਆਮ ਕਹਾਵਤ ਕਹਿੰਦੇ ਆ ਕਿ
ਜਿੰਨੀ ਚਾਦਰ ਹੋਵੇ ਨਾ ਪੈਰ ਓਨੇ ਪਸਾਰੀ ਦੇ ਹੈ। ਮਹਾਰਾਜ ਕਹਿੰਦੇ ਭਾਈ ਆਪਣੇ ਬਿੱਤੋਂ ਬਾਹਰਾ ਕੰਮ ਕੋਈ ਨਹੀਂ ਕਰਨਾ। ਆਪਾਂ ਸਾਰੇ ਕੰਮ ਕਰੀ ਜਾਂਦੇ ਹਾਂ। ਬਿੱਤ ਸਾਡਾ ਹੁੰਦਾ ਨਹੀਂ ਉਹਨਾਂ, ਕਮਾਈ ਸਾਡੀ ਹੁੰਦੀ ਨਹੀਂ ਓਨੀ, ਤੇ ਅਸੀਂ ਕੰਮਾਂ ਦੇ ਬਿੱਡ ਵੱਡੇ ਲਾ ਲੈਂਦੇ ਹਾਂ। ਕਿੱਲੇ 2 ਕਿੱਲਿਆਂ ਵਾਲਾ ਵੀ 10-20 ਕਿੱਲਿਆਂ ਵਾਲੇ ਦੀ ਰੀਸ ਕਰਕੇ ਉੱਡੇ ਸਮਾਗਮ ਕਰਵਾਉਂਦਾ, ਉਹਨਾਂ ਖਰਚ ਕਰਦਾ। ਇਹ ਬਿੱਤ ਤੋਂ ਬਾਹਰ ਹੈ। ਮਹਾਰਾਜ ਕਲਗੀਧਰ ਪਿਤਾ ਜੀ ਦੇ ਬਚਨ ਨੇ। ਸਤਿਗੁਰ ਕਹਿੰਦੇ ਬਿੱਤੋਂ ਬਾਹਰਾ ਕੋਈ ਕੰਮ ਨਹੀਂ ਕਰਨਾ, ਵਿਹਾਰਾਂ ਦੇ ਵਿੱਚ ਸੱਚ ਬੋਲਣਾ ਹੈ। ਜਿੱਥੇ ਵੀ ਵਿਹਾਰ ਕਰਨਾ ਭਾਈ ਆਪਣਾ ਭਾਵ ਵਪਾਰ ਕਰਨੇ ਹੈ, ਕੋਈ ਚੀਜ਼ ਵੇਚਣੀ ਲੈਣੀ ਹੈ, ਮਹਾਰਾਜ ਜੀ ਕਹਿੰਦੇ ਸੱਚ ਬੋਲਣਾ। ਅੰਜਨ ਮੰਜਨ ਇਸਨਾਨ ਦਾਨ ਨਿਤ ਪ੍ਰਤੀ ਕਰਨਾ। ਮਹਾਰਾਜ ਜੀ ਕਹਿੰਦੇ ਅੰਜਨ ਜਿਵੇਂ ਹੁਣ ਓਦਾ ਤੇ ਸੁਰਮਾ ਪਾਉਣਾ ਮਨਾਹੀ ਹੈ। ਪੁਰਾਤਨ ਸਮੇਂ ਡਲੀ ਵਾਲਾ ਪਾਇਆ ਜਾਂਦਾ ਸੀ ਅੱਖਾਂ ਦੀ ਸੇਫਟੀ ਵਾਸਤੇ, ਸਫਾਈ ਵਾਸਤੇ। ਮਹਾਰਾਜ ਜੀ ਕਹਿੰਦੇ ਇਹ ਵਰਤਣਾ ਹੈ। ਮੰਜਣ ਦੰਦ ਸਾਫ਼ ਰੱਖਣੇ, ਭਾਵ ਸਾਰਾ ਕੁਝ ਸਿਖਾਉਂਦੇ ਆ ਗੁਰੂ ਜੀ ਸਾਨੂੰ। ਇਸ਼ਨਾਨ ਰੋਜ਼ਾਨਾ ਕਰਨਾ ਭਾਈ, ਤੇ ਦਾਨ ਨਿਤਾ ਪ੍ਰਤੀ ਕਰਨਾ। ਆਪਣੀ ਕਮਾਈ ਦੇ ਵਿੱਚੋਂ ਨਿਤ ਦਾਨ ਕਰਨਾ, ਭਾਵੇਂ ਕਿਸੇ ਨੂੰ ਪਾਣੀ ਦਾ ਗਲਾਸ ਪਿਲਾ ਦੇ, ਆਪਣੇ ਘਰੋਂ ਭਾਵੇਂ ਕਿਸੇ ਨੂੰ 1-2 ਪ੍ਰਸ਼ਾਦੇ ਦੇ ਦੇ। ਆ ਸਾਡੇ ਜਿਹੜੀ ਧਰਮ ਦੇ ਵਿੱਚ ਰੀਤ ਹੈ ਨਾ, ਗੁਰੂ ਘਰਾਂ ਦੇ ਵਿੱਚ ਲੰਗਰ ਇਕੱਠਾ ਹੁੰਦਾ ਹੈ, ਇਹ ਇਸੇ ਚੀਜ਼ ਦਾ ਹਿੱਸਾ ਹੈ ਕਿ ਸਾਡੇ ਘਰਾਂ ਦੇ ਵਿੱਚੋਂ ਰੋਜ਼ ਅਸੀਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਲੋੜਵੰਦਾਂ ਦੇ ਛਕਣ ਵਾਸਤੇ 1 ਜਾਂ 2 ਪ੍ਰਸ਼ਾਦੇ ਰੋਜ਼ ਦਾਨ ਕਰਦੇ हैं। ਜਿਹੜੇ ਕਰਦੇ ਆ ਨਾ ਪਿਆਰਿਓ, ਬਰਕਤ ਹੈ, ਕਿਰਪਾ ਗੁਰੂ ਦੀ। ਦੁੱਧ ਦਾ ਗਲਾਸ ਪਾਉਂਦੇ ਆ, ਇਹ ਰੋਜ਼ ਦਾ ਨਿਤਾ ਪ੍ਰਤੀ ਦੇ ਦਾਨ ਚ ਆ ਗਿਆ। ਮਹਾਰਾਜ ਕਹਿੰਦੇ ਨਿਤਾ ਪ੍ਰਤੀ ਦਾਨ ਕਰਨਾ, ਕਿਸੇ ਲੋੜਵੰਦ ਦੀ ਮਦਦ ਕਰਨੀ ਹੈ। ਅੰਮ੍ਰਿਤ ਵੇਲੇ ਭਾਈ ਇਸ਼ਨਾਨ ਕਰਕੇ ਜਪ ਜੀ ਦਾ ਪਾਠ ਕਰਨਾ ਹੈ, ਜਾਪ ਦਾ ਪਾਠ ਕਰਨਾ ਹੈ। ਪਿਛਲੇ ਪਹਿਰ ਆਨੰਦ ਦਾ, ਸਾਂਝ ਨੂੰ ਰਹਿਰਾਸ ਆਦਿਕ 5 ਬਾਣੀਆਂ ਦਾ ਪਾਠ ਕਰਨਾ ਹੈ। ਤੇ ਫਿਰ ਸੋਹਿਲਾ ਸਾਹਿਬ ਜ਼ਰੂਰ ਪੜ੍ਹਨੇ ਆ, ਪੈਣ ਲੱਗੇ ਆ। ਹੁਣ ਜਿਹੜੇ ਆਪਾਂ 52 ਵਚਨ ਪੜ੍ਹਦੇ ਆ ਨਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ, ਉਹਨਾਂ ਦੇ ਵਿੱਚ ਵੀ ਸਾਰਾ ਕੁਝ ਲਿਖਿਆ ਹੋਇਆ ਹੈ। ਇਹ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਆਗਰੇ ਦੀ ਧਰਤੀ ਤੇ ਬਚਨ ਕਰ ਰਹੇ ਆ। ਕਹਿੰਦੇ ਭਾਈ ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ। ਧਰਮਸ਼ਾਲਾ ਸਤ ਸੰਗਤ ਕਥਾ ਕੀਰਤਨ ਵਿੱਚ ਹਮੇਸ਼ਾ ਜਾਣਾ ਹੈ, ਰੋਜ਼ ਸਮੇਂ ਚੋਂ ਸਮਾਂ ਕੱਢ ਕੇ ਜਾਣਾ ਹੈ। ਧਰਮਸ਼ਾਲਾ ਭਾਵ ਜਿੱਥੇ ਧਰਮ ਦੀ ਕਲਾਸ ਲੱਗਦੀ। ਅੱਗੇ ਕਹਿੰਦੇ ਹੁੰਦੇ ਧਰਮਸ਼ਾਲਾ, ਹੁਣ ਇਹੀ ਧਰਮਸ਼ਾਲਾ ਦੇ ਰੂਪ ਗੁਰੂ ਘਰਾਂ ਦੇ ਵਿੱਚ ਬਦਲ ਗਏ। ਮਹਾਰਾਜ ਜੀ ਕਹਿੰਦੇ ਸਤਸੰਗ ਕਰਨਾ ਹੈ ਭਾਈ, ਕਥਾ ਕਰਨੀ ਹੈ, ਕਥਾ ਕੀਰਤਨ ਸੁਣਨਾ ਹੈ, ਰੋਜ਼ ਸਤਸੰਗ ਕਰਨਾ। ਤੇ ਫਿਰ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਮੜੀ ਮਸਾਣੀ ਕਲਪਤ ਦੇਵੀ ਦੇਵਤਾ ਪੀਰ ਫਕੀਰ ਅੱਗੇ ਸਿਰ ਨਹੀਂ ਝੁਕਾਉਣਾ ਭਾਈ। ਇਹ ਉਪਦੇਸ਼ ਦ੍ਰਿੜ ਕਰ ਰਹੇ ਆ ਸਤਿਗੁਰੂ ਜੀ, ਕਰਵਾ ਰਹੇ ਆ ਸਾਨੂੰ। ਕਹਿੰਦੇ ਭਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਮੜੀ ਮਸਾਣੀ ਜਾਂ ਮਨੋਕਲਪਤ ਦੇਵੀ ਦੇਵਤੇ ਦੀ ਕਿਸੇ ਫੋਟੋ ਆਦਿਕ ਪੱਥਰ ਦੀ ਮੂਰਤੀ ਨੂੰ ਮੱਥਾ ਨਹੀਂ ਟੇਕਣਾ, ਸਿਰ ਨਹੀਂ ਝੁਕਾਉਣਾ। ਭੁੱਖੇ ਨੂੰ ਅੰਨ ਦੇਣਾ ਹੈ। ਤੁਹਾਡੇ ਦਰਵਾਜ਼ੇ ਤੇ ਕੋਈ ਭੁੱਖਾ ਆ ਗਿਆ ਨਾ, ਮਹਾਰਾਜ ਜੀ ਕਹਿੰਦੇ ਉਹਨੂੰ ਭੋਜਨ ਛਕਾ ਦੇਣਾ ਹੈ। ਜਾਂ ਤੂੰ ਕਿਧਰੇ ਗਿਆ ਹੈ, ਤੈਨੂੰ ਪਤਾ ਲੱਗ ਗਿਆ ਕਿ ਉਹ ਫਲਾਨਾ ਬੰਦਾ ਭੁੱਖਾ ਬੈਠਾ ਹੈ, ਤੇਰੇ ਤੇ ਕਿਰਪਾ ਹੈ, ਤੇਰੀ ਜੇਬ ਦੇ ਵਿੱਚ ਕੁਝ ਪੈਸੇ ਹਨ, ਮਹਾਰਾਜ ਜੀ ਕਹਿੰਦੇ ਭੋਜਨ ਛਕਾ ਦੇਵੀਂ। ਮਾਣ ਸਤਕਾਰ ਅਧਿਕਾਰੀ ਗੁਣੀ ਪੁਰਖ ਦਾ ਕਰਨਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਮਾਣ ਸਤਕਾਰ ਕਰਨਾ ਹੈ ਨਾ,
ਜਿਹੜਾ ਬੰਦਾ ਅਧਿਕਾਰੀ ਹੋਵੇ ਵਚਨਾਂ ਦਾ ਤੇ ਗੁਣਾਂ ਦਾ ਗੁਣੀ ਹੋਵੇ, ਉਸ ਪੁਰਖ ਦਾ ਭਾਈ ਸਤਿਕਾਰ ਕਰਨਾ। ਸਦਾ ਨਿਮਰ ਭਾਵ ਰਹਿ ਕੇ ਸਵਾਸ ਸਵਾਸ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ। ਮਹਾਰਾਜ ਜੀ ਕਹਿੰਦੇ ਸਦਾ ਨਿਮਰ ਭਾਵ ਦੇ ਵਿੱਚ ਰਹਿਣਾ, ਸਿਮਰਨ ਕਰਦੇ ਰਹਿਣਾ। ਚੁਗਲੀ ਤੋਂ ਬਚਣਾ, ਨਿੰਦਾ ਤੋਂ ਬਚਣਾ। ਮਹਾਰਾਜ ਜੀ ਕਹਿੰਦੇ ਚੁਗਲੀ ਨਿੰਦਾ ਬਖੀਲੀ ਕਿਸੇ ਦੀ ਨਹੀਂ ਕਰਨੀ, ਵੱਡਵੀਂ ਗੱਲ ਕਿਸੇ ਦੀ ਨਹੀਂ ਕਰਨੀ, ਬਖੀਲੀ ਕਿਸੇ ਦੀ ਨਹੀਂ ਕਰਨੀ ਹੈ। ਅਤੇ ਆਪਣੀ ਪ੍ਰਾਵਧ ਉੱਤੇ ਸਾਕਰ ਰਹਿਣਾ। ਮਹਾਰਾਜ ਜੀ ਕਹਿੰਦੇ ਭਾਵ ਕਿ ਜਿੰਨਾ ਕੁ ਪਰਮੇਸ਼ਰ ਨੇ ਦੇ ਦਿੱਤਾ ਨਾ, ਉਹ ਤੇ ਸਬਰ ਰੱਖਣਾ ਹੈ। ਤੇ ਅਕਾਲ ਪੁਰਖ ਦੇ ਭਾਣੇ ਨਾਲ ਲਾਭ ਹਾਨ ਜੋ ਹੋਵੇ, ਉਸੇ ਵਿੱਚ ਭਾਈ ਖੁਸ਼ ਰਹਿਣਾ। ਜੇ ਲਾਭ ਹੋ ਗਿਆ ਤਾਂ ਵੀ ਉਹਦਾ ਸ਼ੁਕਰਾਨਾ ਕਰਨਾ ਹੈ, ਖੁਸ਼ ਰਹਿਣਾ। ਤੇ ਜੇਕਰ ਕੋਈ ਹਾਨੀ ਹੋ ਗਈ ਤਾਂ ਵੀ ਉਹਦਾ ਸ਼ੁਕਰਾਨਾ ਕਰਨਾ ਹੈ, ਉਹਦੇ ਭਾਣੇ 'ਚ ਰਹਿਣਾ। ਮਹਾਰਾਜ ਜੀ ਕਹਿੰਦੇ ਕਮਾਈ ਦੇ ਨਫੇ ਵਿੱਚੋਂ ਮਹਾਰਾਜ ਜੀ ਕਹਿੰਦੇ 10ਵਾਂ ਹਿੱਸਾ ਧਰਮ ਦੇ ਹੇਤ ਜ਼ਰੂਰ ਖਰਚ ਕਰਨਾ। ਦਸਵੰਧ ਜਿਹਨੂੰ ਆਖਿਆ ਗਿਆ। ਦਸਵੰਧ ਤੋਂ ਭਾਵ ਪਿਆਰਿਓ 10ਵਾਂ ਹਿੱਸਾ। ਮੰਨ ਲਓ ਅਸੀਂ 100 ਰੁਪਈਆ ਕਮਾਇਆ, ਕੋਸ਼ਿਸ਼ ਕਰੀ ਕਿ ਕਿਸੇ ਲੋੜਵੰਦ ਦੀ ਸਹਾਇਤਾ ਵਾਸਤੇ 100 ਕਮਾਇਆ ਤਾਂ 10 ਰੁਪਈਏ ਲਾਉਣ ਦੀ ਕੋਸ਼ਿਸ਼ ਕਰੀ ਕਿ ਰੋਜ਼ਾਨਾ ਦਸਵੰਧ ਦੇਣਾ। 1000 ਕਮਾਇਆ ਤਾਂ 100 ਕੱਢ ਲੈ, ਦਸਵੰਧ ਜ਼ਰੂਰ ਕੱਢਣਾ। ਮੰਨ ਲਓ 100 ਕਮਾਇਆ ਅਸੀਂ 10 ਕੱਢ ਲਏ, 10 ਨਾਲ ਚਲੋ ਰੋਟੀ ਨਹੀਂ ਸਕਾ ਸਕਦੇ ਬੰਦੇ ਨੂੰ, ਇਕੱਠਾ ਕਰੀ ਜਾਓ ਘਰ ਦੇ ਵਿੱਚ 10-10 ਰੁਪਈਏ, ਕਈ ਦਿਨਾਂ ਦਾ ਇਕੱਠਾ ਕਰਕੇ ਕਿਸੇ ਲੋੜਵੰਦ ਦੀ ਸਹਾਇਤਾ ਕਰਦੇ। ਮਹਾਰਾਜ ਜੀ ਕਹਿੰਦੇ ਇਹ ਦਸਵੰਧ ਹੈ ਭਾਈ। ਪਾਤਸ਼ਾਹ ਜੀ ਕਹਿੰਦੇ ਭਾਈ ਇਸ ਕਰਕੇ ਬਾਕੀ ਆਪਣੇ ਮਾਤਾ ਪਿਤਾ ਆਦਿਕ ਸੰਬੰਧੀਆਂ ਨੂੰ ਸਕਾ ਦੇਣਾ ਜੋ ਕਮਾਈ ਕੀਤੀ, ਤੇ ਮਾਤਾ ਪਿਤਾ ਦਾ ਸਤਿਕਾਰ ਜ਼ਰੂਰ ਕਰਨਾ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀਆਂ ਅਸੀਸਾਂ ਲੈਣੀਆਂ ਨੇ। ਇਤਿਆਦਿਕ ਸਰਬ ਥਾਂ ਲੋਕ ਪਰਲੋਕ ਦਾ ਸੁਖਦਾਈ ਤੇ ਸਹਾਇਕ ਐਸਾ ਉਪਦੇਸ਼ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਨੇ, ਜਿਸ ਨੂੰ ਸੁਣ ਕੇ ਨਾ ਸਭ ਸੰਗਤ ਮੰਨ ਗਈ ਤੇ ਧੰਨ ਧੰਨ ਆਖਿਆ। ਹੁਣ ਜਿਹੜੇ ਇਹ ਉਪਦੇਸ਼ ਹੈ ਜਿਹੜਾ ਨਾ ਆਪਾਂ 52 ਬਚਨਾਂ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ ਕਿ 52 ਬਚਨ ਕੀਤੇ ਮਹਾਰਾਜ ਜੀ ਨੇ, ਉਹੀ ਉਪਦੇਸ਼ ਹੈ। ਜਦੋਂ ਇਉਂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਕਲਗੀਧਰ ਪਿਤਾ ਜੀ ਨੇ, ਫਿਰ ਕਪੂਰ ਚੰਦ ਜੜੀਏ ਤੇ ਖੱਤਰੀ ਨੌ ਨਿਧਰਾਏ ਅਤੇ ਭਾਈ ਧਰਮਦਾਸ ਆਦਿਕ ਅਨੇਕ ਸਿੱਖਾਂ ਨੇ ਬੇਨਤੀ ਕੀਤੀ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਇਹ ਜੋ ਤੁਸੀਂ ਨਵਾਂ ਪੰਥ ਚਲਾਇਆ ਨਾ, ਖਾਲਸਾ ਪੰਥ, ਇਸ ਦਾ ਅਤੇ ਸਿੱਖਾਂ ਨੂੰ ਸ਼ਾਸਤਰ ਫੜਾਉਣ ਦਾ ਕਾਰਨ ਕੀ ਹੈ? ਭਾਵ ਕਿ ਕੀ ਲੋੜ ਸੀ ਨਵਾਂ ਪੰਥ ਚਲਾਉਣ ਦੀ? ਅੱਗੇ ਹੈਗੇ ਪੰਥ ਤੇ ਧਰਮ ਤੇ ਅੱਗੇ ਹੈਗੇ ਆ ਨਵਾਂ ਧਰਮ ਚਲਾਉਣ ਦੀ ਕੀ ਲੋੜ ਸੀ? ਤੇ ਦੂਸਰਾ ਸਵਾਲ ਇਹ ਕਿ ਸਿੱਖਾਂ ਨੂੰ ਸ਼ਾਸਤਰ ਕਿਉਂ ਫੜਾਏ ਹੈ? ਇਹਦਾ ਕੀ ਕਾਰਨ ਹੈ? ਇਹ ਪ੍ਰਸ਼ਨ ਸੁਣ ਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਿੱਖੋ, 600 ਬਰਸ ਤੋਂ ਜਦ ਤੋਂ ਮੁਹੰਮਦੀਆਂ ਦਾ ਰਾਜ ਹੋਇਆ ਹੈ, ਤਦ ਤੋਂ ਭਾਰਤ ਵਰਸ਼ੀਆਂ ਵਿੱਚ ਸੂਰਬੀਰਤਾ ਗ੍ਰੀਖਮਾਂ ਦੇ ਜਾਡੇ ਵਰਗੀ ਰਹਿ ਗਈ। ਮਹਾਰਾਜ ਜੀ ਕਹਿੰਦੇ ਭਾਵ ਕਿ ਜਦੋਂ ਤੋਂ ਇਹਨਾਂ ਨੇ ਮੁਹੰਮਦੀਆਂ ਨੇ ਮਲੇਛਾਂ ਨੇ ਬਾਹਰੋਂ ਆ ਕੇ ਭਾਰਤ ਵਰਸ਼ੀਆਂ ਤੇ ਰਾਜ ਕਰਨਾ ਸ਼ੁਰੂ ਕੀਤਾ ਨਾ, ਤਦ ਤੋਂ ਇਹਨਾਂ ਨੂੰ
ਸ਼ਾਸਤਰਾਂ ਨਾਲੋਂ ਹਥਿਆਰਾਂ ਨਾਲੋਂ ਇਹਨਾਂ ਦਾ ਖਹਿੜਾ ਛੁਡਾ ਕੇ ਨਾਤਾ ਤੋੜ ਕੇ ਇਹਨਾਂ ਦੀ ਸੂਰਬੀਰਤਾ ਨੂੰ ਢਾਹ ਲਾਈ ਗਈ। ਇਹਨਾਂ ਨੂੰ ਪੱਥਰ ਪੂਜਕ ਬਣਾ ਦਿੱਤਾ, ਇਹਨਾਂ ਨੂੰ ਮਾਲਾਵਾਂ ਫੜਾ ਦਿੱਤੀਆਂ। ਇਹ ਸਾਤਰ ਚਾਲ ਸੀ ਪਿਆਰਿਓ। ਮਹਾਰਾਜ ਜੀ ਕਹਿੰਦੇ ਨਿਹੱਥੇ ਕਰ ਦਿੱਤਾ। ਤੇ ਫਿਰ ਇਹਨਾਂ ਦੀ ਜਦੋਂ ਸੂਰਬੀਰਤਾ ਚਲੀ ਗਈ, ਗਰੀਖਮ ਦੇ ਜਾਡੇ ਵਰਗੇ ਰਹਿ ਗਏ ਤੇ ਤੁਰਕਾਂ ਬਘਿਆੜਾਂ ਅੱਗੇ ਬੱਕਰੀਆਂ ਭੇਡਾਂ ਬਣ ਕੇ ਰਹਿ ਗਏ। ਇਹ ਜਰਾ ਭਰ ਕੰਨ ਨਹੀਂ ਹਿਲਾਉਂਦੇ। ਮਹਾਰਾਜ ਜੀ ਕਹਿੰਦੇ ਤੁਰਕਾਂ ਜ਼ਾਲਮਾਂ ਨੇ ਹਿੰਦਵੈਣ ਦਾ ਕੋਈ ਕਰਮ ਧਰਮ ਦੀਨ ਇਮਾਨ ਹਿੰਦੂਆਂ ਵਿੱਚ ਕਾਇਮ ਨਹੀਂ ਰਹਿਣ ਦਿੱਤਾ। ਮਹਾਰਾਜ ਜੀ ਕਹਿੰਦੇ ਸਭ ਖੋਲੇ ਇਹਨਾਂ ਤੋਂ, ਇਹਨਾਂ ਦਾ ਧਰਮ ਖੋਲਿਆ, ਕਰਮ ਖੋਲਿਆ, ਦੀਨ ਖੋਲਿਆ, ਇਮਾਨ ਖੋਲਿਆ। ਪਿਆਰਿਓ ਇਹ ਸੱਚ ਹੈ। ਭਾਰਤ ਵਰਸ਼ੀਆਂ ਦਾ ਜਿਹੜਾ ਕਰਮ ਹੈ, ਧਰਮ ਹੈ, ਦੀਨ ਹੈ, ਇਮਾਨ ਹੈ, ਉਹ ਕੁਝ ਹੋਰ ਹੈ। ਅੱਜ ਜਿਹੜੇ ਕਹਿੰਦੇ ਸੀ ਭਾਰਤ ਦੇ ਹੈ ਨਾ, ਅਸੀਂ ਭਾਰਤ ਮਾਤਾ ਦੇ ਪੂਤ ਹੈ, ਇਹਨਾਂ ਵਾਲੇ ਕਰਮ ਨਹੀਂ ਲਿਖਿਆ। ਪੜ੍ਹਿਓ ਕਿਤੇ ਪੁਰਾਤਨ ਇਤਿਹਾਸ, ਪਤਾ ਲੱਗੇਗਾ ਸਾਡੇ ਇੱਥੋਂ ਦੇ ਵਸਿੰਦੇ ਕੀ ਕਰਮ ਕਰਦੇ ਸੀ ਤੇ ਕੀ ਉਹਨਾਂ ਦਾ ਧਰਮ ਸੀ, ਕੀ ਦੀਨ ਸੀ, ਕੀ ਇਮਾਨ ਸੀ। ਇਹ ਖੋ ਕੇ ਨਾ ਸਾਰਾ ਦੀਨ ਇਮਾਨ ਕਰਮ ਧਰਮ ਕਹਿੰਦੇ ਹਿੰਦੂਆਂ ਦੇ ਵਿੱਚ ਕਾਇਮ ਨਹੀਂ ਰਹਿਣ ਦਿੱਤਾ। ਸਭ ਇਹਨਾਂ ਤੋਂ ਖੋਲਿਆ। ਜਿਸ ਕੌਮ ਦਾ ਧਰਮ ਨਹੀਂ ਨਾ ਰਹਿੰਦਾ, ਮਹਾਰਾਜ ਜੀ ਕਹਿੰਦੇ ਫਿਰ ਉਹ ਕੌਮ ਵੀ ਨਹੀਂ ਰਹਿੰਦੀ ਹੈ। ਜਿਵੇਂ ਕਿਸੇ ਬਾਗ ਦਾ ਮਾਲੀ ਨਾ ਰਹੇ ਤੇ ਉਹ ਬਾਗ ਵੀ ਨਹੀਂ ਰਹਿੰਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਕੌਮ ਦੇ ਵਿੱਚ ਕੋਈ ਧਰਮ ਨਾ ਰਹੇ, ਮਹਾਰਾਜ ਕਹਿੰਦੇ ਉਹ ਕੌਮ ਫਿਰ ਬਹੁਤਾ ਲੰਮਾ ਸਮਾਂ ਨਹੀਂ ਰਹਿੰਦੀ ਹੈ। ਮਹਾਰਾਜ ਕਹਿੰਦੇ ਇਸ ਕੌਮ ਨੂੰ ਕਾਇਮ ਰੱਖਣ ਵਾਸਤੇ ਨਾ ਭਾਈ ਅਸੀਂ ਇਹ ਖਾਲਸਾ ਪੰਥ ਸਿੰਘ ਰੂਪ ਅਸਾਂ ਨੇ ਰਚ ਦਿੱਤਾ ਹੈ ਅਤੇ ਸ਼ਾਸਤਰ ਫੜਾ ਕੇ ਇਹਨਾਂ ਦੇ ਵਿੱਚ ਸੂਰਬੀਰਤਾ ਭਰ ਦਿੱਤੀ। ਪਰ ਇਹਨਾਂ ਸੂਰਬੀਰਤਾ ਆਪਾਂ ਪਹਿਲਾਂ ਵੀ ਵਿਚਾਰਿਆ ਸੀ ਆਨੰਦਪੁਰ ਦੇ ਇਤਿਹਾਸ ਦੇ ਵਿੱਚ। ਜਦੋਂ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਤਾਂ ਉਹਨਾਂ ਲੋਕਾਂ ਨੇ ਆਖਿਆ ਇੰਨੀ ਸਾਡੀ ਕਾਇਰਤਾ ਹੋ ਗਈ ਸੀ, ਇੰਨੇ ਅਸੀਂ ਸਦੀਆਂ ਤੋਂ ਮਜ਼ਲੂਮ ਬਣ ਚੁੱਕੇ ਸੀ। ਮਹਾਰਾਜ ਕਹਿੰਦੇ ਭਾਈ ਆ ਲੋ ਕਿਰਪਾਨਾਂ ਤੇ ਜੰਗ ਕਰਿਆ ਕਰੋ ਬੈਰੀ ਨਾਲ। ਉਹ ਕਹਿੰਦੇ ਮਹਾਰਾਜ ਅਸੀਂ ਤਾਂ ਹਲ ਜੋਤਣ ਵਾਲੇ, ਖੇਤਾਂ 'ਚ ਕੰਮ ਕਰਨ ਵਾਲੇ ਲੋਕ ਐ, ਅਸੀਂ ਕਿੱਥੇ ਇਹ ਕਰ ਲਵਾਂਗੇ। ਹਮ ਤੋਂ ਤੋਲਣ ਜਾਣੈ ਤਕੜੀ, ਨੰਗੀ ਕਰਦ ਕਬਹੂ ਨਹੀਂ ਪਕੜੀ। ਚਿਰੀ ਉੱਡੇ ਹਮ ਡਰ ਜਾਏ ਹੈ, ਦੁਸ਼ਮਣ ਸੋ ਕੈਸੇ ਲੜ ਪਏ ਹੈ। ਮਹਾਰਾਜ ਅਸੀਂ ਕਦੇ ਨੰਗੀਆਂ ਕਰਦਾ ਨਹੀਂ ਪਕੜੀਆਂ, ਨੰਗੀਆਂ ਕਰਦਾ ਨਹੀਂ ਪਕੜੀਆਂ। ਅਸੀਂ ਤਾਂ ਤਕੜੀਆਂ ਤੋਲਣ ਵਾਲੇ ਐ, ਵਪਾਰ ਕਰਨ ਵਾਲੇ ਐ। ਇੰਨੀ ਮਾਨਸਿਕਤਾ ਸਾਡੇ ਪੁਰਖਿਆਂ ਦੀ ਪਿਆਰਿਓ ਕਮਜ਼ੋਰ ਹੋ ਗਈ ਸੀ। ਉਹਨਾਂ ਜਵਾਬ ਦਿੱਤਾ ਮਹਾਰਾਜ ਤੂੰ ਸਾਨੂੰ ਆ 3-3 ਫੁੱਟੀਆਂ 3.5 ਫੁੱਟੀਆਂ ਪੜਾ ਕੇ ਦੁਸ਼ਮਣ ਦੇ ਸਾਹਮਣੇ ਲੜਾਉਣਾ ਚਾਹੁੰਦਾ ਹੈ, ਅਸੀਂ ਨਹੀਂ ਲੜ ਸਕਦੇ। ਅਸੀਂ ਤਾਂ ਕਦੇ ਨੰਗੀਆਂ ਕਰਦਾ ਨਹੀਂ ਪਕੜੀਆਂ, ਹੱਥਾਂ ਦੇ ਵਿੱਚ ਡਰਦੇ ਆ ਕਿ ਕਿਤੇ ਕਰਦ ਹੱਥ ਤੇ ਨਾ ਵੱਜ ਜਾਏ। ਮਹਾਰਾਜ ਸਾਡੇ ਕੋਲੇ ਬੈਠੀ ਕੋਈ ਚਿੜੀ ਉੱਡਣ ਦੇ ਨਾਲ ਖੜਕਾ ਹੁੰਦਾ, ਉਹ ਖੜਕਾ ਜਦੋਂ ਹੁੰਦਾ ਸਾਡੇ ਕੰਨਾਂ 'ਚ ਪੈਂਦਾ ਸੀ ਤੇ ਉਦੋਂ ਡਰ ਜਾਂਦੇ ਆ, ਤੇ ਤੂੰ ਸਾਨੂੰ ਕਹਿਣਾ ਮੈਂ 1.25 ਲੱਖ ਨਾਲ ਲੜਾਵਾਂਗਾ। ਮਹਾਰਾਜ ਕਹਿੰਦੇ ਇਹ ਹੋਏਗਾ। ਸੋ ਇੰਨੀ ਇਹ ਕਾਇਰਤਾ ਸਾਡੇ ਅੰਦਰ ਆ ਗਈ ਸੀ। ਮਹਾਰਾਜ ਕਹਿੰਦੇ ਭਾਈ ਹੁਣ ਇਹ ਖਾਲਸਾ ਪੰਥ ਸਜਾਇਆ ਮੈਂ ਤੇ ਸ਼ਾਸਤਰ ਫੜਾ ਕੇ ਨਾ ਇਹਦੇ ਵਿੱਚ ਸੂਰਵੀਰਤਾ ਭਰ ਦਿੱਤੀ। ਇਸੇ ਵੀਰ ਰਸ ਦੀ ਪੁਸ਼ਟੀ ਵਾਸਤੇ ਮਹਾਰਾਜ ਜੀ ਕਹਿੰਦੇ ਬਾਣੀ ਵੀ ਅਸਾਂ ਨੇ ਐਸੀ ਜੰਗਮਈ ਰਚੀ ਹੈ ਜਿਸ ਨੂੰ ਪੜ੍ਹ ਕੇ ਸੁਣ ਕੇ ਕਾਇਰਾਂ ਦੇ ਮਨ ਵਿੱਚ
ਰੌਦਰ ਰਸ ਤੇ ਵੀਰ ਰਸ ਪ੍ਰਗਟ ਹੋ ਜਾਣਗੇ। ਰੌਦਰ ਰਸ ਪਿਆਰਿਓ, ਸਤਿਗੁਰਾਂ ਦੀ ਬਾਣੀ ਐਸੀ, ਜਿਵੇਂ ਚੰਡੀ ਦੀ ਵਾਰ ਜੇ ਪੜ੍ਹੀਏ ਨਾ ਪਿਆਰਿਓ, ਜਿਉਂ-ਜਿਉਂ ਪੜਾਂਗੇ ਨਾ ਤਿਉਂ-ਤਿਉਂ ਪਿਆਰਿਓ ਸਰੀਰ ਦੇ ਵਿੱਚ ਐ ਝਰਨਾਟ ਪੈਦਾ ਹੁੰਦੀ ਜਾਏਗੀ, ਕਿਉਂਕਿ ਉਹਦੇ ਵਿੱਚ ਗੱਲਾਂ ਹੀ ਜੰਗ ਦੀਆਂ ਕੀਤੀਆਂ। ਅਸੀਂ ਢਾਡੀ ਵਾਰਾਂ ਸੁਣਦੇ ਐ, ਠੰਡੀਆਂ ਜੀਆਂ ਗੱਲਾਂ ਹੋਣ ਫਿਰ ਉਦਾਂ ਦੀ ਹੁੰਦੀ, ਤੇ ਜਦੋਂ ਕਿਤੇ ਬਾਰ ਲਾ ਦੇਣ ਨਾ ਢਾਡੀ ਖਿੱਚਵੀਂ ਜੰਗ ਦੀ, ਬਾਬਾ ਅਜੀਤ ਸਿੰਘ ਵਰਗਿਆਂ ਦੀ, ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੀ, ਤੇ ਸੁਣਨ ਵਾਲਿਆਂ ਦੇ ਸਰੀਰਾਂ ਦੇ ਲੂ ਕੰਡੇ ਖੜੇ ਹੋ ਜਾਂਦੇ ਪਿਆਰਿਓ। ਇੱਕ ਵਾਰੀ ਤੇ ਇਸੀ ਝਰਨਾਟ ਆਉਂਦੀ ਕਿ ਜੇ ਕੋਈ ਜ਼ੁਲਮੀ ਆ ਜਾਵੇ ਸਾਹਮਣੇ ਅਸੀਂ ਦੱਬ ਕੇ ਰੱਖ ਦਈਏ। ਸੋ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਬਾਣੀ ਵੀ ਐਸੀ ਰਚ ਦਿੱਤੀ, ਇਹਦੇ ਵਿੱਚ ਵੀਰ ਰਸ ਹੈ। ਇਹ ਸਭ ਸ਼ਾਸਤਰ ਵਿਦਿਆ ਦੇ ਅਭਿਆਸ ਤੇ ਸਿੰਘ ਸਦਕੇ ਸਾਡੀ ਕ੍ਰਿਤ ਵੀਰ ਰਸਮਈ ਬਾਣੀ ਪੜ੍ਹਨੇ ਸੁਣਨੇ ਦਾ ਪ੍ਰਤਾਪ ਹੈ। ਮਹਾਰਾਜ ਜੀ ਕਹਿੰਦੇ ਤਾਂ ਤੇ ਤੁਸੀਂ ਵੀ ਸ਼ਾਸਤਰ ਵਿਦਿਆ ਸਿੱਖੋ ਤੇ ਵੀਰ ਰਸ ਵਧਾਉਣ ਵਾਲੀ ਜਿਹੜੀ ਬਾਣੀ ਹੈ ਨਾ, ਇਹਨੂੰ ਪੜ੍ਹਨਾ ਕਰੋ। ਮਹਾਰਾਜ ਜੀ ਕਹਿੰਦੇ ਇਸ ਤੋਂ ਕੀ ਹੋਏਗਾ? ਮਹਾਰਾਜ ਜੀ ਕਹਿੰਦੇ ਭਾਈ ਧਰਮ ਦੀ ਫੇਰ ਉન્નਤੀ ਹੋਏਗੀ, ਪ੍ਰਫੁੱਲਤਾ ਹੋਏਗੀ। ਆ ਸਾਨੂੰ ਕਹਿੰਦੇ ਆ ਕਿ ਸ਼ਾਂਤੀ ਹੈ, ਸ਼ਾਂਤੀ ਹੈ। ਆਪਾਂ ਨੂੰ ਕਹਿੰਦੇ ਆ ਨਾ ਸੈਂਟਰ ਵਾਲੇ ਕਿ ਸ਼ਾਂਤੀ ਬਣਾ ਕੇ ਰੱਖੋ, ਹਥਿਆਰ ਨਹੀਂ। ਆਪ ਇਹਨਾਂ ਦੇ ਵੇਖਿਓ, ਇਹਨਾਂ ਦੇ ਆ ਕਿੰਨੇ ਲੀਡਰਾਂ ਨੇ ਪਿੱਛੇ ਜੇ ਬਿਆਨ ਦਿੱਤੇ ਕਿ ਹਰ ਇੱਕ ਹਿੰਦੂ ਕੋਲੇ ਚੰਗੇ ਤੋਂ ਚੰਗਾ ਬੰਦੂਕ ਜਾਂ ਪਿਸਟਲ ਹੋਣਾ ਚਾਹੀਦਾ, ਸ਼ਸਤਰ ਹੋਣੇ ਚਾਹੀਦੇ ਹੈ। ਤੇ ਜੇ ਹਥਿਆਰ ਮਾੜਾ ਹੈ ਤੇ ਰਾਮ ਦੇ ਹੱਥ ਦੇ ਵਿੱਚ ਆ, ਜਦੋਂ ਹੁਣ ਆ ਰਾਮ ਮੰਦਰ ਸਾਰੇ ਉੱਥੇ ਮੂਰਤੀ ਵੀ ਬਣਾਈ ਹੈ, ਰਾਮ ਦੀ ਸਤਿਕਾਰਯੋਗ ਹੈ। ਤੇ ਜੇ ਹਥਿਆਰ ਮਾੜਾ ਤੇ ਫਿਰ ਰਾਮ ਦੇ ਮੋਢੇ ਤੇ ਕਮਾਨ ਕਿਉਂ ਟੰਗਿਆ, ਵੀ ਹੱਥ ਦੇ ਵਿੱਚ ਤੀਰ ਕਿਉਂ ਫੜਾਏ ਹੈ? ਜੇ ਸ਼ਾਸਤਰ ਮਾੜਾ ਹੈ, ਹਥਿਆਰ ਮਾੜਾ ਹੈ, ਤਾਂ ਜਿਹਨੂੰ ਤੁਸੀਂ ਕਾਲਕਾ ਦੇਵੀ ਆਦਿਕ ਕਹਿੰਦੇ, ਉਹਨਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਕਿਉਂ ਫੜਾਈਆਂ? ਕਿੰਨੇ ਕਿੰਨੇ ਸ਼ਾਸਤਰ ਕਿਉਂ ਫੜਾ ਕੇ ਤੁਸੀਂ ਮੂਰਤੀਆਂ ਬਣਾਈਆਂ ਨੇ? ਨਹੀਂ, ਸਾਨੂੰ ਦੱਸਿਆ ਜਾ ਰਿਹਾ ਕਿ ਮਾੜਾ ਕਿਉਂ? ਕਿਉਂਕਿ ਪਤਾ ਹੈ ਕਿ ਜੇ ਇਹਨਾਂ ਨੇ ਬਰਾਬਰ ਚੱਕ ਲਿਆ ਹੱਕ ਮੰਗਣਗੇ, ਤੇ ਜੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਡਰਾ ਧਮਕਾ ਕੇ ਝਕੋਨੀਆਂ ਦੇ ਕੇ ਸ਼ਾਸਤਰ ਨਾਲ ਦੂਰ ਕਰ ਦਿੱਤਾ ਜਾਏ, ਭੇਡਾਂ ਬਣੇ ਰਹਿਣਗੇ, ਜਿੱਦਣ ਮਰਜੀ ਕੰਨ ਫੜ ਕੇ ਲਾ ਲਈਏ। ਹੁਣ ਸਾਡਾ ਹਾਲ ਇਹੀ ਹੈ ਨਾ ਪਿਆਰਿਓ, ਜਿਹੜਾ ਮਰਜੀ ਆ ਜੇ ਸਾਨੂੰ ਭੁਲੇਖੇ ਜੇ ਪਾ ਕੇ ਲੁੱਟ ਕੇ ਤੁਰ ਜਾਂਦਾ, ਜਿਹੜਾ ਮਰਜੀ ਆ ਜੇ, ਵੱਡੇ ਵੱਡੇ ਵਾਅਦੇ ਕਰਕੇ ਸਾਡੇ ਵਿੱਚ ਬੈਠ ਕੇ ਸਾਡੇ ਨਾਲ ਖਾ ਪੀ ਕੇ ਸਾਡੀ ਉੱਨ ਲਾ ਕੇ ਲੈ ਜਾਂਦੇ ਆ। 5 ਸਾਲਾਂ ਬਾਅਦ ਆਉਂਦੇ ਆ ਪਿਆਰਿਓ। ਭੇਡ ਵੀ ਇਦਾਂ ਹੀ ਕਰਦੀ ਆ, ਉਹਦੇ ਵੀ ਉੱਨ ਜੀ ਵਾਹਵਾ ਟਾਈਮ ਬਾਅਦ ਆ ਜਾਂਦੀ ਹੈ। ਜਦੋਂ ਲਾਉਣੀ ਹੁੰਦੀ ਹੈ ਨਾ, ਉਦੋਂ ਕੇਰਾਂ ਦੱਬਦਾ ਹੈ ਉਹ, ਕੇਰਾਂ ਤਾਂ ਮੜਾ ਜਿਹਾ ਸੜਾਂ ਜੀਆਂ ਮਾਰਦੀ ਹੈ, ਮੁੜ ਕੇ ਗੋਡਿਆਂ ਥੱਲੇ ਲੈ ਲੈਂਦਾ। ਭੇਡ ਵਾਂਗਰੋਂ ਖੜੀ ਰਹਿੰਦੀ ਹੈ ਉਵੇਂ। ਸਾਡਾ ਵੀ ਹਾਲ ਉਹੀ ਹੈ, 5 ਸਾਲਾਂ ਬਾਅਦ ਆਉਂਦੇ ਆ ਇਹ, ਸਾਨੂੰ ਮਿੱਠੇ ਪੋਚੇ ਜੇ ਮਾਰ ਕੇ ਅਧੀਆ ਬੋਤਲ ਦਾ ਦਵਾ ਜਾਂ ਦੇ ਕੇ ਜਾਂ ਕੋਈ ਕੰਮ ਕਰਾ ਦਾਂਗੇ, ਇੱਦਾਂ ਦੇ ਮਾਰ ਕੇ ਪੰਪ ਸਾਡੀ ਉੱਨ ਲਾ ਕੇ ਲੈ ਜਾਂਦੇ ਆ। ਮੁੜ ਕੇ 5 ਸਾਲ ਅਸੀਂ ਧੱਕੇ ਖਾਈ ਜਾਓ, ਨਾ ਕੋਈ ਗਰੀਬ ਦੀ ਨਾ ਕੋਈ ਅਮੀਰ ਦੀ। ਕੌਣ ਕਿਸੇ ਦਾ ਬਾਲੀ ਵਾਰਸ ਹੈ? ਇਹ ਗੱਲਾਂ ਨਹੀਂ, ਸਾਨੂੰ ਭੇਡਾਂ ਵਰਗੇ ਬਣਾਇਆ ਹੋਇਆ ਇਹਨਾਂ ਲੋਕਾਂ ਨੇ। ਕਿਉਂ? ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ। ਜਦੋਂ ਉਹਨਾਂ ਸਿੱਖਾਂ ਲਈ ਸਵਾਲ ਕੀਤੇ, ਮਹਾਰਾਜ ਕਹਿੰਦੇ ਭਾਈ ਤੁਸੀਂ ਵੀ ਸ਼ਾਸਤਰ ਵਿਦਿਆ ਸਿੱਖੋ ਤੇ ਜੰਗ ਦਾ ਅਭਿਆਸ ਕਰੋ, ਇਹਦੇ ਨਾਲ ਧਰਮ ਦੀ ਉੱਨਤੀ ਹੋਏਗੀ। ਹੁੰਦੀ ਹੈ ਨਾ ਧਰਮ ਦੀ ਉੱਨਤੀ। ਅਗਲੇ ਕਰ ਗਏ ਪਿਆਰਿਓ, ਅਸੀਂ ਕੱਲਾ ਬਾਬੇ ਨਾਨਕ ਦੀ ਸ਼ਾਂਤੀ ਤੱਕ ਸੀਮਤ ਰਹਿ ਗਏ, ਅਗਲੇ ਧਰਮ ਦੀ ਉੱਨਤੀ ਕਰ ਗਏ। ਅਗਲਿਆਂ ਨੇ ਜਿੱਥੇ ਪਹਿਲਾਂ ਪੁਰਾਤਨ ਸਦੀਆਂ ਤੋਂ ਕੋਈ ਬਣਿਆ ਹੋਇਆ ਸੀ ਮਸੀਤ ਆਦਿਕ, ਉੱਥੇ ਅਗਲਿਆਂ ਨੇ ਮੰਦਿਰ ਬਣਾ ਦਿੱਤਾ। ਤੇ ਅਗਲਿਆ
2024-25 ਤੱਕ ਪਿਆਰਿਓ ਆਰਾਮ ਰਾਜ ਘੋਸ਼ਿਤ ਕਰਨ ਨੂੰ ਫਿਰਦੇ ਆ, ਕਰੀ ਬੈਠੇ ਆ ਪਿਆਰਿਓ, ਕਿਉਂਕਿ ਅਗਲਿਆਂ ਨੂੰ ਪਤਾ ਹੈ ਕਿ ਸ਼ਾਸਤਰ ਉਹਨਾਂ ਦੇ ਅਧੀਨ ਹੈ, ਫੌਜਾਂ ਅਧੀਨ ਨੇ, ਰਾਜ ਆਪਾਂ ਕਹਿ ਦਿੰਦੇ ਆ ਰਾਜ ਨਹੀਂ ਕਰਨਾ ਚਾਹੀਦਾ, ਗੁਰੂ ਘਰਾਂ 'ਚ ਰਾਜ ਦੀ ਗੱਲ ਨਾ ਹੋਵੇ, ਕਿਉਂ ਨਾ ਹੋਵੇ ਬਈ। ਮਹਾਰਾਜ ਦੇ ਕਲਗੀਧਰ ਦੇ ਬਚਨ ਨੇ, ਰਾਜ ਬਿਨੈ ਸਭ ਦਲੈ ਮਲੈ ਹੈ, ਰਾਜ ਤੋਂ ਬਿਨਾਂ ਸਭ ਖਤਮ ਹੈ। ਸੁੱਧ ਰਾਜ ਦੀ ਗੱਲ ਕੀਤੀ ਹੈ। ਸੋ ਰਹੋ ਵਿਚਾਰ। ਮਹਾਰਾਜ ਕਹਿੰਦੇ ਭਾਈ ਧਰਮ ਦੀ ਉન્નਤੀ ਫੇਰ ਹੋਏਗੀ, ਇਸ ਵਾਸਤੇ ਅਸੀਂ ਚੌਹਾਂ ਵਰਨਾਂ ਦਾ ਭੇਦ ਭਰਮ ਖੋ ਕੇ ਨਾ ਇੱਕ ਰੂਪ ਛਤਰੀ ਵਰਨ ਖਾਲਸਾ ਬਣਾਇਆ। ਮਹਾਰਾਜ ਜੀ ਕਹਿੰਦੇ ਚਾਰ ਵਰਨ ਸੀ, ਚਾਰੇ ਵਰਨਾਂ ਦਾ ਭੇਦ ਭਾਵ ਖੋ ਕੇ ਭਰਮ ਕੱਢ ਕੇ ਮਹਾਰਾਜ ਜੀ ਕਹਿੰਦੇ ਇੱਕ ਛਤਰੀ ਰੂਪ ਵਰਨ ਖਾਲਸਾ ਬਣਾ ਦਿੱਤਾ। ਛਤਰੀ ਵਰਨ ਭਾਵ ਲੜਨ ਵਾਲਾ ਖਾਲਸਾ ਬਣਾ ਦਿੱਤਾ, ਜਿਹੜਾ ਜ਼ੁਲਮ ਦੇ ਵਿਰੁੱਧ ਲੜੇਗਾ, ਜਿਸ ਤੋਂ ਇਹ ਇੱਕ ਮੁੱਠੀ ਹੋ ਕੇ ਧਰਮ ਵਿਰੋਧੀਆਂ ਦੀ ਜੜ ਉਖੇੜੇਗਾ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਬਚਨ ਤੇ ਸੰਗਤ ਨੂੰ ਧਰਮ ਅਰਥ ਕਾਮ ਮੋਖ ਦਾਇਕ ਉਪਦੇਸ਼ ਹਮੇਸ਼ਾ ਕਰਦੇ ਰਹੇ ਮਹਾਰਾਜ ਜੀ, ਜਿਸ ਤੋਂ ਨਾ ਸਤ ਸੰਗਤ ਦਾ ਰੰਗ ਸਿੱਖਾਂ ਨੂੰ ਚੜ੍ਹਦਾ ਰਿਹਾ। ਇੱਕ ਦਿਨ ਫਿਰ ਰਾਏ ਨੌ ਨਿਧ ਨੇ ਨਾ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਆਪ ਜੀ ਨੇ ਜੋ ਆਖਿਆ ਸੀ ਕਿ ਪਹਿਲੇ ਸਭ ਦੇ ਕੇਸ ਦਾੜੀ ਰੱਖੇ ਹੋਏ ਹੁੰਦੇ ਸੀ, ਕੋਈ ਕੇਸ ਦਾੜੀ ਮਨਾਉਂਦਾ ਨਹੀਂ ਸੀ, ਕੇਸਾਂ ਦੀ ਬੇਅਦਬੀ ਨਹੀਂ ਸੀ ਕਰਦਾ। ਕਹਿਣ ਲੱਗਿਆ ਮਹਾਰਾਜ ਇਹ ਮੁੰਡਣ ਦਾ ਰਿਵਾਜ ਕਦੋਂ ਤੋਂ ਤੇ ਕਿਸ ਪ੍ਰਕਾਰ ਸ਼ੁਰੂ ਹੋਇਆ? ਗੁਰੂ ਜੀ ਕਹਿਣ ਲੱਗੇ ਭਾਈ ਸਿੱਖਾ ਇਹੋ ਬਾਤ ਸਾਥੋਂ ਇੱਕ ਵਾਰੀ ਸਾਈਂ ਹੁਸੈਨ ਖਾਂ ਤੇ ਯਾਰ ਖਾਂ ਪਠਾਨ ਨੇ ਪੁੱਛੀ ਸੀ। ਆਨੰਦਪੁਰ ਦੇ ਵਿੱਚ ਨਾ ਜਦੋਂ ਗੁਰੂ ਜੀ ਰਹਿੰਦੇ ਸੀ, ਉੱਥੇ ਮੁਸਲਮਾਨ ਸੇਵਕ ਪਹੁੰਚੇ, ਗੁਰੂ ਨਾਲ ਪਿਆਰ ਕਰਨ ਵਾਲੇ ਸਾਈਂ ਹੁਸੈਨ ਖਾਂ ਤੇ ਯਾਰ ਖਾਂ ਪਠਾਨ, ਉਹਨਾਂ ਨੇ ਇਹ ਸਵਾਲ ਕੀਤਾ ਸੀ। ਅੱਜ ਇਹੀ ਸਵਾਲ ਇੱਕ ਸਿੱਖ ਨੇ ਕੀਤਾ, ਕਹਿੰਦਾ ਮਹਾਰਾਜ ਆ ਮੁੰਡਨ ਆਦਿਕ ਕਿੱਥੋਂ ਸ਼ੁਰੂ ਹੋਇਆ? ਮਹਾਰਾਜ ਕਹਿੰਦੇ ਸੋ ਜਾਵਣਾ ਦੇ ਪੈਗੰਬਰ ਇਬਰਾਹਿਮ ਦੀ ਸਾਖੀ ਉੱਥੇ ਸੁਣਾਈ। ਪੈਗੰਬਰ ਇਬਰਾਹਿਮ ਤੋਂ ਜਾਵਣਾ ਵਿੱਚ ਇਹ ਕੁਰੀਤੀ ਚੱਲੀ ਹੈ, ਜਿਸ ਦਾ ਕਾਰਨ ਇਹ ਹੋਇਆ ਕਿ ਇਬਰਾਹਿਮ ਸੀ ਨਾ ਜਿਹੜਾ ਅਰਬ ਦੇਸ਼ ਦਾ ਰਾਜਾ ਸੀ ਪਿਆਰਿਓ, ਉਸ ਨੇ ਇੱਕ ਹੋਰ ਇਸਤਰੀ ਉੱਤੇ ਮੋਹਤ ਹੋ ਕੇ ਨਾ ਜਦ ਉਸ ਨੂੰ ਆਪਣੇ ਘਰ ਲਿਆਉਣਾ ਚਾਹਿਆ ਤਾਂ ਉਸ ਮਕਾਰ ਨੇ ਆਖਿਆ ਜੇ ਤੂੰ ਆਪਣੀ ਪਹਿਲੀ ਔਰਤ ਹੈ ਜਿਹੜੀ ਨਾ ਉਹਨੂੰ ਘਰੋਂ ਕੱਢੇਗਾ ਤਾਂ ਮੈਂ ਇਹ ਨੇਮ ਧਰਮ ਕਰ ਲਵਾਂਗੀ, ਤੇਰੇ ਨਾਲ ਚੱਲਾਂਗੀ। ਹੁਣ ਜਿਹੜੀ ਦੂਜੀ ਇਸਤਰੀ ਸੀ ਉਹਨੇ ਸ਼ਰਤ ਰੱਖ ਦਿੱਤੀ, ਕਹਿੰਦੀ ਮੈਂ ਤੇਰੀ ਪਤਨੀ ਤਾਂ ਬਣਾਂਗੀ, ਤੇਰੇ ਨਾਲ ਘਰ ਤਾਂ ਚੱਲਾਂਗੀ, ਜਿਹੜੀ ਤੇਰੀ ਪਹਿਲਾਂ ਔਰਤ ਹੈ ਨਾ ਪਤਨੀ ਹੈ ਉਹਨੂੰ ਘਰੋਂ ਕੱਢ। ਉਹਨੂੰ ਘਰੋਂ ਕੱਢਣ ਦਾ ਨੇਮ ਧਰਮ ਕਰ ਲਵੀਂ, ਸਹੁੰ ਖਾ ਲਵੀਂ ਤੇ ਲਿਖਤ ਪਾ ਦੇਵੀਂ, ਲਿਖ ਕੇ ਦੇ ਮੈਨੂੰ। ਇਬਰਾਹਿਮ ਨੂੰ ਕਹਿੰਦੀ ਉਹ ਔਰਤ, ਕਹਿੰਦੀ ਮੈਨੂੰ ਲਿਖ ਕੇ ਦੇ, ਸਹੁੰ ਖਾ ਕੇ ਲਿਖ ਕੇ ਦੇ ਮੈਨੂੰ ਕਿ ਮੈਂ ਉਹਨੂੰ ਘਰੋਂ ਕੱਢਾਂਗਾ, ਮੈਂ ਫੇਰ ਕਦੇ ਉਸ ਨਾਲ ਕੋਈ ਵਰਤ ਵਿਹਾਵ ਨਹੀਂ ਕਰਾਂਗਾ, ਤੇ ਜੇ ਵਰਤ ਵਿਹਾਵ ਕਰਾਂਗਾ ਤਾਂ ਉਹੀ ਜਿਹੜਾ ਅੰਗ ਮੈਂ ਵਰਤਾਂਗਾ ਨਾ ਉਹੀ ਅੰਗ ਮੈਂ ਕੱਟ ਸੁੱਟਾਂਗਾ। ਇਹ ਕਹਿੰਦੇ ਵਾਅਦਾ ਕਰ। ਸੋ ਕਾਮਦੇਵ ਦੇ ਵੱਸ ਹੋਏ। ਕਹਿੰਦੇ ਇਬਰਾਹਿਮ ਨੇ ਨਾ 12 ਤਾਲੀ ਦੇ ਫੰਦੇ ਵਿੱਚ ਫਸ ਕੇ, ਭਾਵ ਜਿਹੜੀਆਂ ਐਸੀਆਂ
ਚਲਾਕ ਬੇਵਿਚਾਰਨ ਔਰਤਾਂ ਹੁੰਦੀਆਂ ਨੇ ਨਾ, ਉਹਨਾਂ ਨੂੰ ਸਮਾਜ ਦੇ ਲੋਕੀ 12 ਤਾਲੀ ਕਹਿੰਦੇ ਐ। 12 ਤਾਲੀ ਦੇ ਫੰਦੇ ਵਿੱਚ ਫਸ ਕੇ ਨਾ ਇਹੋ ਲਿਖਤ ਪਾ ਦਿੱਤੀ, ਕਹਿੰਦਾ ਵੀ ਠੀਕ ਹੈ। ਪਹਿਲੀ ਸੁਪਤਨੀ ਨੂੰ ਘਰੋਂ ਕੱਢ ਛੱਡਿਆ ਉਹਨੇ। ਉਹ ਵਿਚਾਰੀ ਹੁਣ ਔਰਤ ਦਾ ਕੀ ਬਸ ਹੈ। ਉਹਨਾਂ ਸਮਿਆਂ ਦੇ ਵਿੱਚ ਇਦਾਂ ਹੀ ਸੀਗਾ ਕੰਮ। ਅੱਜ ਤੇ ਚਲੋ ਜ਼ਿਆਦੇ ਪੜ੍ਹ ਲਿਖ ਗਏ ਜ਼ਮਾਨੇ ਦੇ ਲੋਕ, ਅੱਜ ਨਹੀਂ, ਅੱਜ ਤੇ ਮਾੜਾ ਜਿਹਾ ਕਿਸੇ ਨੇ ਕੁਝ ਆਖਿਆ ਠੂ ਤਲਾਕ ਹੋ ਜਾਂਦਾ ਪਿਆਰਿਓ, ਜਾਂ ਬਰਾਬਰ ਕੁੱਟੀਂਦਾ। ਕਹਿੰਦੇ ਉਹਨੇ ਕੁੱਟਮਾਰ ਕਰਕੇ ਨਾ ਜਦੋਂ ਘਰੋਂ ਕੱਢੀ, ਉਹ ਵਿਚਾਰੀ ਆਪਣਾ ਕੱਪੜਾ ਲੀੜਾ ਚੱਕ ਕੇ ਆਪਣੇ ਪੇਕੇ ਘਰ ਚਲੀ ਗਈ। 5-6 ਬਰਸ ਪਿੱਛੋਂ ਇੱਕ ਦਿਨ ਨਾ ਇਬਰਾਹਿਮ ਜਦ ਕਿਸੇ ਵਿਆਹ ਸ਼ਾਦੀ ਦੇ ਸਮੇਂ ਆਪਣੇ ਸਹੁਰੇ ਘਰ ਗਿਆ, ਆਪਣੇ ਸਹੁਰੇ ਘਰ ਪਹਿਲੀ ਪਤਨੀ ਕੋਲੇ ਉੱਥੇ ਜਾਣ ਦਾ ਰਿਹਾ। ਅੱਗੇ ਕਈ ਦਿਨ ਰਹਿੰਦੇ ਵਿਆਹ ਦੇ ਵਿੱਚ, ਕਹਿੰਦੇ ਕਈ ਦਿਨ ਇਹਨੂੰ ਰਹਿਣਾ ਪਿਆ। ਫਿਰ ਉੱਥੇ ਆਪਣੇ ਸਹੁਰੇ ਘਰ ਰਿਹਾ, ਮਿੱਠੀਆਂ ਮਾਰ ਕੇ, ਗੱਲਾਂ ਬਾਤਾਂ ਵਿੱਚ ਉਲਝਾ ਕੇ ਉਸ ਇਸਤਰੀ ਨਾਲ ਫਿਰ ਸੰਬੰਧ ਬਣਾਏ ਨੇ। ਤੇ ਇਹਨੇ ਨਾਲੇ ਲਿਖ ਕੇ ਦਿੱਤਾ ਸੀ, ਸਹੁੰ ਖਾਧੀ ਸੀ। ਕਹਿੰਦੇ ਫਿਰ ਜਦ ਉੱਥੋਂ ਮੁੜ ਕੇ ਆਪਣੇ ਘਰ ਮੱਕੇ ਸ਼ਹਿਰ ਦੇ ਵਿੱਚ ਗਿਆ ਨਾ, ਜਿਵੇਂ ਸਾਖੀਕਾਰ ਲਿਖਦਾ, ਤਾਂ ਉਸ 13 ਤਾਲੀ ਨਾਰ ਨੇ ਇਬਰਾਹਿਮ ਨੂੰ ਆਖਿਆ ਕਿ ਕਿੱਥੇ ਰਿਹਾ ਸੀ। ਪਹਿਲਾਂ ਟਾਲ ਮਟੋਲ ਜੀ ਕਰਦਾ ਰਿਹਾ, ਫਿਰ ਉਹਨੂੰ ਦੱਸਣਾ ਪਿਆ, ਪੈਰੋਂ ਕੱਢ ਲਿਆ, ਮੰਨ ਗਿਆ। ਉਹ ਕਹਿੰਦੀ ਵੀ ਆਪਣੇ ਕੋਲ ਇਕਰਾਰ ਵਿਸਾਰ ਦੇਵੇ ਜੇ ਕੋਈ ਆਦਮੀ, ਤਾਂ ਉਹਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ। ਜੇ ਕੋਈ ਆਦਮੀ ਆਪਣੇ ਪੈਗੰਬਰ ਦੀ ਸਹੁੰ ਖਾ ਕੇ ਆਪਣੇ ਕੋਲ ਵਿਸਾਰ ਦੇਵੇ ਤੇ ਕੀ ਸਜ਼ਾ ਹੋਣੀ ਚਾਹੀਦੀ ਹੈ। ਕਹਿੰਦੇ ਉਸ ਮਧਾਂਦ ਪੈਗੰਬਰ ਨੇ ਕਹਿ ਦਿੱਤਾ ਕਿ ਹਾਂ ਬੇਸ਼ੱਕ ਇਸੇ ਆਦਮੀ ਨੂੰ ਪੱਕੀ ਸਜ਼ਾ ਦਿੱਤੀ ਜਾਵੇ, ਤਾਂ ਕਿ ਅੱਗੇ ਤੋਂ ਹੋਰਨਾਂ ਦੇ ਕੰਨ ਹੋ ਜਾਣ। ਇਹ ਇਕਰਾਰ ਪੈਗੰਬਰ ਤੋਂ ਕਰਾ ਕੇ ਉਸਨੇ ਪ੍ਰਗਟ ਕਰ ਦਿੱਤਾ ਕਿ ਆਪ ਨੇ ਆਪਣੇ ਨੇਮ ਧਰਮ ਕੌਲ ਕਰਾਰ ਹਾਰ ਕੇ ਆਪਣੀ ਪਹਿਲੀ ਤੀਵੀਂ ਹੈ ਜਿਹੜੀ ਉਹਦੇ ਕੋਲੇ ਰਹਿਣਾ ਕੀਤਾ। ਇਸ ਵਾਸਤੇ ਆਪ ਨੂੰ ਸਜ਼ਾ ਹੋਣੀ ਚਾਹੀਦੀ ਹੈ ਤੈਨੂੰ। ਕਹਿੰਦੇ ਫਿਰ ਪੈਗੰਬਰ ਨੇ ਨਾ ਹੱਥ ਜੋੜ ਕੇ ਆਖਿਆ, ਤੂੰ ਸੱਚੀ ਹੈ, ਮੈਂ ਝੂਠਾ ਹਾਂ। ਜਿਹੀ ਸਜ਼ਾ ਤੂੰ ਦੇਣੀ ਚਾਹੁੰਦੀ ਹੈ ਨਾ, ਉਹ ਸਜ਼ਾ ਮੈਨੂੰ ਦੇ ਦੇ, ਮੈਂ ਪ੍ਰਵਾਨ ਕਰਦਾ ਹਾਂ। ਪਰ ਐਸਾ ਕੰਮ ਕਰ ਜਿਸ ਤੋਂ ਮੈਂ ਵੀ ਤੇਰੇ ਲਾਇਕ ਰਹਾਂ। ਤਦ ਕਹਿੰਦੇ ਪੈਗੰਬਰ ਦੀ ਦੀਨਤਾ ਸੁਣ ਕੇ ਨਾ ਦੀਰਘ ਦ੍ਰਿਸ਼ਟੀ ਵਿਚਾਰ ਕੇ ਪੈਗੰਬਰ ਦੇ ਸਰੀਰ ਦੇ ਨਾ ਉਹ ਅੰਗ ਕੱਟ ਦਿੱਤੇ ਜਿਹੜੇ ਇਹਨੇ ਆਪਣੀ ਪਤਨੀ ਨੂੰ ਸਹਾਏ ਸੀ। ਜਿਵੇਂ ਮੁਸਲਮਾਨ ਧਰਮ ਦੇ ਵਿੱਚ ਪਿਆਰਿਓ ਸੁੰਨਤ ਕਰਨਾ ਉੱਥੋਂ ਸ਼ੁਰੂ ਹੋਈ, ਫਿਰ ਮੁੱਛਾਂ ਕੱਟ ਦੇਣੀਆਂ ਉੱਥੋਂ ਸ਼ੁਰੂ ਹੋਇਆ, ਦਾੜੀ ਥੋੜੀ ਲਾਹ ਦੇਣੀ ਉੱਥੋਂ ਸ਼ੁਰੂ ਹੋਇਆ, ਸਿਰ ਦੇ ਕੇਸਾਂ ਦੀਆਂ ਲਟਾਵਾਂ ਜਿਹੜੀਆਂ ਇਹ ਕੱਟ ਦਿੱਤੀਆਂ। ਇਹ ਸਾਰੀ ਉਹਨੂੰ ਸਜ਼ਾ ਦਿੱਤੀ ਗਈ, ਉੱਥੋਂ ਸ਼ੁਰੂ ਹੋ ਗਿਆ। ਇਸੇ ਮੁਸਲਮਾਨ ਧਰਮ ਦੇ ਵਿੱਚ ਸੁੰਨਤ ਤੇ ਕੇਸ ਕੱਟਣ ਦਾ ਰਿਵਾਜ ਇੱਥੋਂ ਸ਼ੁਰੂ ਹੋਇਆ। ਕਲਗੀਧਰ ਪਿਤਾ ਜੀ ਸੁਣਾ ਰਹੇ ਨੇ ਸਿੱਖਾਂ ਨੂੰ। ਤੇ ਦੂਸਰਾ ਫਿਰ ਉਹ ਸਿੱਖ ਨੇ ਆਖਿਆ, ਮਹਾਰਾਜ ਇਹ ਤਾਂ ਚਲੋ ਮੁਸਲਮਾਨ ਧਰਮ ਦੀ, ਇਸਲਾਮ ਧਰਮ ਦੀ ਗੱਲ ਹੋ ਗਈ। ਮਹਾਰਾਜ ਜੀ ਜਿਹੜਾ ਆ ਮੁੰਡਨ ਕਰਵਾਉਣਾ ਹਿੰਦੂ ਧਰਮ ਦੇ ਵਿੱਚ ਹੈ, ਇਹ ਕਿੱਥੋਂ ਸ਼ੁਰੂ ਹੋਇਆ? ਮਹਾਰਾਜ ਨੇ ਫਿਰ ਉਹਦੀ ਵੀ ਇੱਕ ਸਾਖੀ ਪ੍ਰਾਤਨ ਸੁਣਾਈ। ਪਰਸ਼ਰਾਮ
ਪਰਸ਼ੁਰਾਮ ਬੜਾ ਭਾਰੀ ਸੂਰਵੀਰ ਬ੍ਰਾਹਮਣ ਰਾਜਾ ਹੋਇਆ। ਪਰਸ਼ੂਰਾਮ ਜਿਹਨੂੰ ਅਵਤਾਰੀ ਪੁਰਸ਼ ਵੀ ਮੰਨਦੇ ਆ ਪਿਆਰੇ। ਕਹਾੜਾ ਜਿਹਾ ਚੱਕਿਆ ਹੁੰਦਾ, ਉਹਦੇ ਮੋਢੇ ਤੇ ਧਰਿਆ ਹੁੰਦਾ। ਭਗਵਾਨ ਪਰਸ਼ੂਰਾਮ ਉਹਨੂੰ ਕਹਿੰਦੇ ਆ, ਲੋਕ ਵਿੱਚ ਮੰਨਦੀ ਹੈ ਦੁਨੀਆ। ਮਹਾਰਾਜ ਕਹਿੰਦੇ ਇੱਕ ਬ੍ਰਾਹਮਣ ਘਰਾਣੇ ਦੇ ਵਿੱਚੋਂ ਰਾਜਾ ਹੋਇਆ ਪਰਸ਼ੁਰਾਮ, ਬੜਾ ਸੂਰਵੀਰ ਸੀ। ਉਸ ਦੇ ਬਾਪ ਨੂੰ ਸਹੰਸਰ ਬਾਹੂ ਸੱਤਰੀ ਰਾਜੇ ਨੇ ਮਾਰਿਆ ਸੀ। ਇਸ ਕਰਕੇ ਪਰਸ਼ੁਰਾਮ ਨੇ ਸਾਰੇ ਸੱਤਰੀਆਂ ਨੂੰ ਮਾਰਨ ਦੀ ਸਹੁੰ ਖਾ ਲਈ, ਆਪਣੇ ਬਾਪ ਦਾ ਬਦਲਾ ਲੈਣ ਵਾਸਤੇ। ਕਹਿੰਦਾ ਜਿੰਨੇ ਵੀ ਸੱਤਰੀ ਨੇ ਨਾ, ਸਾਰਿਆਂ ਨੂੰ ਮਾਰਾਂਗਾ। ਸਹੁੰ ਖਾ ਕੇ ਅਨੇਕ ਵਾਰੀ ਕਹਿੰਦੇ ਸੱਤਰੀਆਂ ਨੂੰ ਇਹਨੇ ਮਾਰਿਆ, ਬਹੁਤ ਵਾਰੀ ਮਾਰਿਆ, ਤੇ ਆਪਣੀ ਕੌਮ ਨੂੰ ਰਾਜ ਭੁਗਾਉਂਦਾ ਰਿਹਾ। ਜੋ ਉਸ ਸਮੇਂ ਜੋ ਸਰਾ ਚਾਹੀਦੀ ਸੀ ਨਾ, ਜਿਸ ਤੋਂ ਸਾਰੀ ਬ੍ਰਾਹਮਣਾਂ ਦੀ ਕੌਮ ਨੂੰ ਹਮੇਸ਼ਾ ਨਫਾ ਪਹੁੰਚਦਾ ਰਹੇ, ਸੋ ਸਰਬ ਭਾਂਤ ਦੀ ਪਰਜਾ ਉੱਤੇ ਕਾਇਮ ਕਰ ਲਈ ਇਹਨੇ ਸਰਾ। ਉਹ ਕਾਨੂੰਨ ਬਣਾ ਲਏ ਜਿਹਦੇ ਨਾਲ ਆਪਣੀ ਕੌਮ ਨੂੰ ਇਹ ਸੁੱਖ ਦਿੰਦਾ ਰਹੇ। ਕਾਨੂੰਨ ਬਣਾ ਲਏ ਜੋ ਅੱਜ ਤੱਕ ਚੱਲ ਰਹੀ ਹੈ। ਮਹਾਰਾਜ ਕਹਿੰਦੇ ਉਸ ਸਮੇਂ ਪਰਸ਼ੁਰਾਮ ਨੇ ਨਾ ਬੇਅੰਤ ਲੋਕਾਂ ਦੇ, ਜਿਨ੍ਹਾਂ ਨੇ ਉਸ ਅੱਗੇ ਸਿਰ ਝੁਕਾਏ, ਸਿਰ ਕੱਟਣ ਦੀ ਥਾਂ ਨਾ ਜੂੜੇ ਕੱਟ ਕੇ, ਭਾਵ ਕਿ ਬਹੁਤਿਆਂ ਨੂੰ ਇਹਨੇ ਮਾਰਿਆ, ਤੇ ਬਹੁਤਿਆਂ ਨੇ ਜਦੋਂ ਇਹਦੇ ਅਧੀਨ ਹੋਣਾ ਕੀਤਾ, ਅਧੀਨ ਹੋਣ ਵਾਸਤੇ ਸਿਰ ਨਵਾਉਣਾ ਪੈਂਦਾ, ਸਿਰ ਨਵਾਇਆ। ਪਹਿਲਾਂ ਤਾਂ ਇਹ ਸੀਸ ਕੱਟਦਾ ਰਿਹਾ, ਸਿਰ ਲਾਹ ਦਿੰਦਾ ਸੀ ਘਾੜਾ ਮਾਰ ਕੇ। ਫਿਰ ਇੱਕ ਦਿਨ ਤਰਸ ਆਇਆ, ਕਹਿੰਦੇ ਸਿਰ ਕੱਟਣ ਦੀ ਥਾਂ ਨਾ ਇਹਨੇ ਉਹਨਾਂ ਦੇ ਜਿਹੜੇ ਸਿਰਾਂ ਤੇ ਜੂੜੇ ਸੀ ਉਹ ਕੱਟਣੇ ਸ਼ੁਰੂ ਕਰਤੇ, ਤੇ ਸਿਰ ਕੱਟੇ ਜਾਣ ਦੇ ਬਰਾਬਰ ਇਹਨੂੰ ਲਿਖ ਦਿੱਤਾ ਕਿ ਸਿਰ ਕੱਟੇ ਜਾਣ ਬਰਾਬਰ ਹੈ, ਭਾਵ ਕਿ ਜਿਹਦਾ ਜੂੜਾ ਕੱਟਤਾ ਉਹਦਾ ਸਿਰ ਕੱਟਿਆ ਗਿਆ। ਮਹਾਰਾਜ ਕਹਿੰਦੇ ਇਹ ਲਿਖਿਆ ਵੇਦਾਂ ਸ਼ਾਸਤਰਾਂ ਵਿੱਚ। ਇਸੇ ਭਾਂਤ ਉਦੋਂ ਪਿੱਛੋਂ ਮਹਾਨੰਦ ਰਾਜਾ ਵੱਡਾ ਜ਼ੋਰ ਵਾਲਾ ਹੋਇਆ। ਮਹਾਨੰਦ ਰਾਜਾ, ਉਸ ਨੇ ਜੱਗ ਕੀਤਾ। ਉਸ ਦੀ ਛੋਟੀ ਰਾਣੀ ਨੇ ਆਪਣੇ ਪੁੱਤਰ ਨੂੰ ਰਾਜ ਗੱਦੀ ਦੇ ਯੋਗ ਕਰਨ ਲਈ ਬ੍ਰਾਹਮਣਾਂ ਨੂੰ ਲੋਭ ਦੇ ਕੇ ਨਾ ਆਪਣੀ ਸੌਂਕਣ ਦੇ ਬੇਟੇ ਜਵਾਹਰ ਨੂੰ ਬ੍ਰਾਹਮਣਾਂ ਤੋਂ ਜ਼ਹਿਰ ਦਵਾ ਕੇ ਮਰਵਾ ਦਿੱਤਾ। ਦੋ ਰਾਣੀਆਂ ਹੁੰਦੀਆਂ ਅੱਗੇ, ਤਿੰਨ ਚਾਰ ਏਦਾਂ। ਕਹਿੰਦੇ ਆਪਣੀ ਸੌਂਕਣ ਦੇ ਬੇਟੇ ਜਵਾਹਰ ਨੂੰ ਬ੍ਰਾਹਮਣਾਂ ਤੋਂ ਜ਼ਹਿਰ ਦਵਾ ਕੇ ਮਰਵਾ ਦਿੱਤਾ, ਜਿਸ ਤੋਂ ਖਿਝ ਕੇ ਰਾਜੇ ਨੇ ਨਾ ਉਹਨਾਂ ਦੇ ਜੂੜੇ ਕਟਵਾ ਦਿੱਤੇ। ਕੇਸ ਸੀ ਜਿਹੜੇ, ਉਹਨਾਂ ਵਿਪਰਾਂ ਦੇ ਭਾਈ ਬੰਧੂ ਜਦ ਵੈਦਿਕ ਮੰਤਰਾਂ ਨਾਲ ਰਾਜੇ ਨੂੰ ਮਾਰਨ ਲਈ ਯਤਨ ਕਰਨ ਲੱਗੇ, ਹੁਣ ਜਿਨ੍ਹਾਂ ਦੇ ਉਹ ਜੂੜੇ ਕਟਵਾਏ ਸੀ, ਉਹਨਾਂ ਬ੍ਰਾਹਮਣਾਂ ਨੇ ਸੋਚਿਆ ਕਿ ਇਹਨੂੰ ਮੰਤਰਾਂ ਨਾਲ ਮਾਰੀਏ। ਉਦਾਂ ਤੇ ਮਰਦਾ ਨਹੀਂ, ਸੂਰਬੀਰ ਬੜਾ। ਕਹਿੰਦੇ ਵੈਦਿਕ ਮੰਤਰਾਂ ਨਾਲ ਰਾਜੇ ਨੂੰ ਮਾਰਨ ਲਈ ਇਹ ਯਤਨ ਕਰਨ ਲੱਗੇ, ਤਾਂ ਰਾਜੇ ਨੇ ਉਹਨਾਂ ਸਭਨਾਂ ਦੇ ਕੇਸ ਇਸ ਵਾਸਤੇ ਕਟਾ ਦਿੱਤੇ ਕਿ ਇਹਨਾਂ ਦਾ ਮੰਤਰ ਨਾ ਕੋਈ ਫੁਰੇ। ਰਾਜੇ ਨੂੰ ਪਤਾ ਲੱਗ ਗਿਆ ਗੱਲ ਦਾ ਕਿ ਜਿਹੜੇ ਬ੍ਰਾਹਮਣ ਨੇ ਨਾ ਮੈਨੂੰ ਇਹ ਮੰਤਰਾਂ ਦੇ ਨਾਲ ਮਾਰਨਾ ਚਾਹੁੰਦੇ ਐ, ਇਹਨਾਂ ਦੇ ਮੰਤਰ ਨਾ ਫੁਰਨ, ਨਾ ਚੱਲਣ। ਇਸ ਵਾਸਤੇ ਕੀ ਕਰਨਾ ਚਾਹੀਦਾ? ਸਲਾਹ ਲਈ ਇਹਨੇ, ਵਜ਼ੀਰਾਂ ਨੇ ਸਲਾਹ ਦਿੱਤੀ, ਕਹਿੰਦੇ ਇਹਨਾਂ ਨੂੰ ਧਰਮ ਤੋਂ ਹੀਣੇ ਕਰ ਦਿਓ। ਉਹ ਕਹਿੰਦਾ ਕਿਵੇਂ ਹੋਣਗੇ? ਕਹਿੰਦਾ ਇਹਨਾਂ ਦੇ ਕੇਸ ਕਤਲ ਕਰ ਦਿਓ। ਧਰਮ ਤੋਂ ਹੀਣੇ ਕਰ ਦਿੱਤਾ, ਕਿਉਂਕਿ ਜਦੋਂ ਕੋਈ ਧਰਮ ਤੋਂ ਹੀਣਾ ਹੋਏਗਾ ਇਹਨਾਂ ਦਾ ਮੰਤਰ ਹੀ ਨਹੀਂ ਪੂਰੇਗਾ। ਇਸ ਵਾਸਤੇ ਇਹਨਾਂ ਦਾ ਜਿਹੜਾ ਇਹ ਯਤਨ ਸੀ, ਮੰਤਰ ਸਾਧਨ ਸਮੇਂ ਬ੍ਰਹਮਚਾਰਿ ਧਾਰਨ ਕੀਤਾ ਜਾਂਦਾ, ਜਿਹੜਾ ਉਹਨੂੰ ਅਨੁਸ਼ਾਸਨ ਕਹਿੰਦੇ ਆ, ਇਹ ਨਹੀਂ ਹੋਏਗਾ।
ਜਦ ਇਸੇ ਭਾਂਤ ਦੇ ਬਹੁਤ ਸਾਰੇ ਵਿਪਰ ਹੋ ਗਏ ਨਾ, ਫੇਰ ਤਾਂ ਉਹਨਾਂ ਨੇ ਨਾ ਕੱਟੇ ਦੀ ਕਹਾਣੀ ਵਾਂਗੂ ਉਲਟੇ ਕੇਸਾਂ ਦੇ ਕੱਟਣ ਦੀ ਮਹਿਮਾ ਸ਼ਾਸਤਰਾਂ ਦੇ ਵਿੱਚ ਲਿਖ ਮਾਰੀ। ਜਿਵੇਂ ਆਪਾਂ ਕੱਲ ਵੀ ਵਿਚਾਰਿਆ ਸੀ, ਇਸੇ ਕੜੀ ਦਾ ਇੱਕ ਹਿੱਸਾ ਹੈ ਰਾਜਾ ਜਨਮੇਜੇ ਦਾ ਇਤਿਹਾਸ, ਜਿਹੜਾ ਆਪਾਂ ਕੱਲ ਸਾਂਝਾ ਕੀਤਾ ਸੀ ਕਿ ਮੌਤ ਤੋਂ ਵੱਧ ਸਜ਼ਾ ਇਹਨਾਂ ਨੂੰ ਕੀ ਦਈਏ। ਕਹਿੰਦੇ ਇਹਨਾਂ ਦੇ ਕੇਸ ਕਤਲ ਕਰ ਦਿਓ। ਜਦੋਂ ਇਹ ਕਈ ਘਟਨਾਵਾਂ ਵਾਪਰੀਆਂ, ਕਲਗੀਧਰ ਪਿਤਾ ਕਹਿਣ ਲੱਗੇ, ਫਿਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਨਾ ਕੇਸ ਕੱਟਣ ਦੀ ਮਹਿਮਾ ਸ਼ਾਸਤਰਾਂ 'ਚ ਲਿਖ ਦਿੱਤੀ, ਕਿਉਂਕਿ ਇਹਨਾਂ ਦੀ ਬੇਇੱਜ਼ਤੀ ਸੀ। ਆਪਣੀ ਬੇਇੱਜ਼ਤੀ ਦੇ ਡਰੋਂ, ਲੋਕਾਂ ਤੋਂ ਡਰਦਿਆਂ ਹੋਇਆਂ ਨਹੀਂ ਨਾ ਕਿ ਲੋਕਾਂ ਨੂੰ ਸੱਚਾਈ ਦਾ ਪਤਾ ਨਾ ਲੱਗ ਜਾਵੇ, ਕਹਿੰਦੇ ਇਹਨਾਂ ਨੇ ਮਹਿਮਾ ਵੇਦਾਂ ਦੇ ਵਿੱਚ ਰਚ ਦਿੱਤੀ, ਸ਼ਾਸਤਰਾਂ 'ਚ ਰਚ ਦਿੱਤੀ ਕਿ ਕੇਸ ਕਤਲ ਕਰਵਾਉਣੇ ਚਾਹੀਦੇ ਆ। ਮੁੰਡਨ ਜਿਹਨੂੰ ਕਹਿੰਦੇ ਆ ਸਨਾਤਨ ਧਰਮ ਦੇ ਵਿੱਚ, ਕਿ ਮੁੰਡਨ ਕਰਵਾਉਣਾ ਚਾਹੀਦਾ। ਉਹ ਜਦੋਂ ਕਿਸੇ ਦਾ ਬਜ਼ੁਰਗ ਚੜ੍ਹਾਈ ਕਰ ਜਾਂਦਾ ਨਾ, ਸਨਾਤਨ ਧਰਮ ਵਾਲੇ ਹਿੰਦੂ ਭਰਾ, ਉਹ ਫਿਰ ਉਹਦੇ ਮਰਨ ਤੋਂ ਬਾਅਦ ਨਾ ਰੋਡੇ ਜਿਹੇ ਹੋ ਜਾਂਦੇ ਆ, ਇੱਕ ਵੀ ਵਾਲ ਨਹੀਂ ਛੱਡਦੇ। ਉਹਨੂੰ ਕਹਿੰਦੇ ਆ ਮੁੰਡਨ, ਜਾਂ ਬਚਪਨ ਦੇ ਵਿੱਚ ਕਰਵਾਉਣਾ ਪੈਂਦਾ ਵਿਸ਼ੇਸ਼ ਪੂਜਾ ਕਰਵਾ ਕੇ। ਮਹਾਰਾਜ ਕਹਿੰਦੇ ਫਿਰ ਤਾਂ ਕੇਸਾਂ ਦੇ ਕੱਟਣ ਦੀ ਮਹਿਮਾ ਹੀ ਲਿਖ ਦਿੱਤੀ ਇਹਨਾਂ ਨੇ ਸ਼ਾਸਤਰਾਂ ਦੇ ਵਿੱਚ, ਕਿਉਂਕਿ ਉਸ ਸਮੇਂ ਵਿਦਿਆ ਇਹਨਾਂ ਦੇ ਹੀ ਕੌਮ ਦੇ ਵਿੱਚ ਸੀ। ਇਹ ਸੱਚਾਈ ਹੈ। ਵਿਦਿਆ ਉਹਨਾਂ ਸਮਿਆਂ ਦੇ ਵਿੱਚ ਬ੍ਰਾਹਮਣ ਕੋਲੇ ਸੀ, ਹੋਰ ਤੇ ਪੜ੍ਹਨ ਹੀ ਨਹੀਂ ਸੀ ਜਾਣਦਾ ਕੋਈ। ਤਾਂ ਹੀ ਆਪਣੇ ਆਪ ਨੂੰ ਇਹਨਾਂ ਨੇ ਉੱਚਾ ਰਖਵਾ ਲਿਆ ਪਿਆਰਿਓ। ਕਹਿੰਦੇ ਅਸੀਂ ਸਾਰਿਆਂ ਨੂੰ ਉੱਚੇ ਹਾਂ, ਕਿਉਂਕਿ ਅੱਜ ਵੀ ਤੁਸੀਂ ਦੇਖੋਗੇ ਜਿਹੜਾ ਵੀ ਬੰਦਾ, ਕੋਈ ਲਿਖਾਰੀ, ਕੋਈ ਕਵੀ ਆਪਣੀ ਪੁਸਤਕ ਰਚੇਗਾ ਨਾ, ਉਹਦੇ ਵਿੱਚ ਆਪਣੀ ਮਹਿਮਾ ਜ਼ਰੂਰ ਰੱਖੇਗਾ ਕਿ ਮੇਰੀ ਕਿਤਾਬ ਬਹੁਤ ਵਧੀਆ, ਇਹਦੇ ਵਿੱਚ ਬਹੁਤ ਵਧੀਆ ਲਿਖਿਆ, ਇੱਦਾਂ ਕੀਤਾ, ਆਪਣੇ ਬਾਰੇ ਵੀ ਲਿਖੇਗਾ। ਇਸੇ ਤਰ੍ਹਾਂ ਉਹਨਾਂ ਨੇ ਕੀਤਾ। ਸੋ ਮਹਾਰਾਜ ਕਹਿੰਦੇ ਇਸ ਕਰਕੇ ਵਿਦਿਆ ਇਹਨਾਂ ਕੋਲੇ ਸੀ। ਹੋਰ ਕੌਮਾਂ ਨੂੰ ਪੜ੍ਹਨ ਦੀ ਐਡੀ ਰੋਕ ਇਹਨਾਂ ਨੇ ਕਰ ਛੱਡੀ ਸੀ ਕਿ ਜੇ ਕੋਈ ਪੜ੍ਹਦਾ ਤਾਂ ਮੂੰਹ ਦੇ ਨਾਲ ਪੜ੍ਹਦਾ, ਤੇ ਜਾਂ ਸੁਣਦਾ ਤਾਂ ਉਸ ਦੇ ਕੰਨ ਵਿੱਚ ਸਿੱਕਾ ਢਾਲ ਦਿੱਤਾ ਜਾਂਦਾ। ਜੇ ਕੋਈ ਪੜ੍ਹ ਲੈਂਦਾ ਵਿਦਿਆ ਤਾਂ ਉਹਦੀ ਜ਼ੁਬਾਨ ਕੱਟ ਦਿੰਦੇ ਸੀ ਇਹ। ਜੇ ਕੋਈ ਸੁਣ ਲੈਂਦਾ ਸੀ ਤਾਂ ਸਿੱਕਾ ਢਾਲ ਕੇ ਕੰਨ ਦੇ ਵਿੱਚ ਪਾ ਦਿੰਦੇ ਸੀ ਕਿ ਇਹਨੂੰ ਅੱਗੇ ਤੋਂ ਸੁਣੇ ਨਾ। ਪਿਆਰਿਓ, ਅੱਜ ਜਿਹੜੇ ਰਾਮ ਰਾਜ ਦੀਆਂ ਗੱਲਾਂ ਕਰਦੇ ਹੋ ਨਾ, ਮਾਫ ਕਰਨਾ, ਸਤਿਕਾਰਯੋਗ ਹੈ, ਠੀਕ ਹੈ, ਪਰ ਜੇ ਕਿਤੇ ਰਾਮ ਦਾ ਜੀਵਨ ਪੜ੍ਹੋ ਨਾ, ਇੱਕ ਸਾਧੂ ਜੰਗਲ ਦੇ ਵਿੱਚ ਮਿਲਿਆ, ਉਹਨੇ ਨਾਮ ਹੀ ਜਪਿਆ ਸੀ, ਉਹਦੀ ਜ਼ੁਬਾਨ ਹੀ ਕੱਟ ਦਿੱਤੀ ਸੀ ਆਪਣੇ ਹੱਥਾਂ ਨਾਲ। ਪੜ੍ਹਦੇ ਹੋ ਕਦੇ ਇਤਿਹਾਸ ਦੇ ਵਿੱਚ? ਇੱਕ ਮਹਾਪੁਰਸ਼ ਦੀ, ਮਹਾਤਮਾ ਦੀ ਜ਼ੁਬਾਨ ਹੀ ਕੱਟ ਦਿੱਤੀ ਸੀ ਆਪਣੇ ਹੱਥਾਂ ਨਾਲ ਰਾਮ ਨੇ। ਤੇ ਜਿੱਥੇ ਜ਼ੁਬਾਨਾਂ ਕੱਟੀਆਂ ਜਾਂਦੀਆਂ, ਹੁਣ ਰੱਬ ਦਾ ਨਾਮ ਲੈਣ ਵਾਸਤੇ ਸਿੱਕੇ ਢਾਲ ਕੇ ਕੰਨਾਂ ਵਿੱਚ ਪਾਏ ਜਾਂਦੇ, ਹੁਣ ਐਸੇ ਰਾਜ ਤੋਂ ਅਸੀਂ ਕੀ ਲੈਣਾ? ਅਸੀਂ ਤੇ ਉਹ ਰਾਜ ਚਾਹੁੰਦੇ ਹਾਂ ਜਿੱਥੇ ਹਰ ਨੂੰ ਸਤਿਕਾਰ ਮਿਲੇ, ਹਰ ਇੱਕ ਨੂੰ, ਉੱਚੇ ਨੂੰ, ਨੀਵੇਂ ਨੂੰ, ਮਾੜੇ ਨੂੰ, ਚੰਗੇ ਨੂੰ, ਸਭ ਨੂੰ ਸਤਿਕਾਰ ਮਿਲੇ। ਉਹ ਰਾਜ ਚਾਹੀਦਾ। ਮਹਾਰਾਜ ਕਹਿੰਦੇ ਭਾਈ, ਹੋਰਨਾਂ ਕੌਮਾਂ ਨੂੰ ਵਿਦਿਆ ਪੜ੍ਹਨ ਨਹੀਂ ਸੀ ਦਿੰਦੇ, ਜ਼ੁਬਾਨ ਕੱਟ ਦਿੰਦੇ ਸੀ, ਸਿੱਕਾ ਢਾਲ ਕੇ ਕੰਨਾਂ 'ਚ ਪਾ ਦਿੰਦੇ ਸੀ, ਬਲਕਿ ਤਪ ਜਪ ਕਰਨ ਵਾਲੇ ਨੂੰ ਵੀ ਵਿਪਰ ਮਰਵਾ ਸੁੱਟਦੇ ਸੀ। ਦੇਖੋ ਰਮਾਇਣ ਪੜ੍ਹ ਕੇ, ਰਮਾਇਣ ਦੇ ਵਿੱਚ ਲਿਖਿਆ ਬਾਕਾਇਦਾ, ਹੋਰਨਾਂ ਨੇ ਨਹੀਂ ਲਿਖਿਆ। ਕਦੇ ਰਮਾਇਣ ਪੜ੍ਹ ਲਿਓ ਪਿਆਰਿਓ, ਉਹਦੇ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਨੇ। ਆਪਾਂ ਧਿਆਨ, ਅੱਜ ਜਦੋਂ ਕਿਤੇ ਪਾਠ ਆਦਿਕ ਹੁੰਦੇ ਆ ਨਾ ਰਮਾਇਣ ਦੇ, ਆਪਾਂ ਧਿਆਨ, ਕਿਉਂਕਿ ਕਦੇ ਸੁਣੀ ਨਹੀਂ, ਆਪਾਂ ਨੂੰ ਤਾਂ ਨਹੀਂ ਪਤਾ ਲੱਗਦਾ। ਪੜ੍ਹਦੇ ਹੋ ਸਾਰਾ ਕੁਝ ਹੀ ਇਹੋ ਜਿਹੀਆਂ ਗੱਲਾਂ। ਜੇ ਕਿਤੇ ਰਮਾਇਣ ਦੀ ਕਥਾ ਹੋ ਜਾਵੇ, ਸਾਰੀਆਂ ਸਾਖੀਆਂ ਆਉਂਦੀਆਂ ਉਹਦੇ ਵਿੱਚ, ਸਿੱਕੇ ਢਾਲ ਕੇ ਪਾਉਣ ਦੀਆਂ, ਜ਼ੁਬਾਨਾਂ ਕੱਟਣ ਦੀਆਂ, ਮੰਦਰਾਂ ਦੇ ਵਿੱਚ ਨਾ ਵੜਨ ਦੀਆਂ। ਤਾਂ ਹੀ ਤੇ ਅੱਜ ਕਿਹੜਾ ਵੜਨ ਦਿੱਤੇ ਜਾਂਦੇ ਆ। ਹੁਣ ਸਾਡੇ ਦੇਸ਼ ਦਾ ਰਾਸ਼ਟਰਪਤੀ ਕੌਣ ਹੈ?
ਕੋਵਿੰਦ ਹੈ ना, ਕੋਵਿੰद एक कोई ਉਹ ਚਮਾਰਾਂ ਦੇ ਵਿੱਚੋਂ ਹੈ ਪਿਆਰਿਓ, ਸ਼ੂਦਰ ਜਾਤੀ ਦਾ ਮੰਨਿਆ, ਜਿਹੜਾ ਅੱਜ ਦਾ ਰਾਸ਼ਟਰਪਤੀ ਹੈ ਸ਼ੂਦਰ ਘਰਾੜੇ ਵਿੱਚੋਂ ਹੈ। ਹੁਣ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਦਾ। ਅੱਜ ਜਦੋਂ ਮੰਦਰ ਦਾ ਉਦਘਾਟਨ ਹੋਇਆ ਕਿ ਉਹਨੂੰ ਜਾਣਾ ਨਹੀਂ ਸੀ ਚਾਹੀਦਾ, ਸਭ ਤੋਂ ਉੱਚੇ ਅਹੁਦੇ ਵਾਲੇ ਮਨੁੱਖ ਨੂੰ ਤੇ ਆਪਾਂ ਸਤਿਕਾਰ ਨਾਲ ਬੁਲਾਉਣੇ ਆ ਕਿ ਯਾਰ ਉਹ ਪਿੰਡ ਦਾ ਸਰਪੰਚ। ਆਪਾਂ ਸਭ ਤੋਂ ਪਹਿਲਾਂ ਕਾਰਡ ਦਿੰਦੇ ਆ, ਸਾਡੇ ਘਰੇ ਵਿਆਹ ਹੋਵੇ, ਭੋਗ ਹੋਵੇ, ਕੋਈ ਖੁਸ਼ੀ ਦਾ, ਅਸੀਂ ਕਹਿੰਦੇ ਸਰਪੰਚ ਨੂੰ ਫੜਾ ਕੇ ਆਈਏ ਕਾਰਡ, ਜਰਾ ਆਏਗਾ ਸਾਡੇ ਘਰੇ, ਕਿਉਂਕਿ ਪਿੰਡ ਦਾ ਮੋਹਤਬਾਰ ਬੰਦਾ ਹੈ, ਮੋਢੀ ਹੈ। ਤੇ ਉੱਥੇ ਰਾਸ਼ਟਰਪਤੀ ਸੀ, ਅਗਲਿਆਂ ਨੇ ਦੇਹੜੀ ਨਹੀਂ ਚੜਨ ਦਿੱਤਾ, ਮੰਦਰ ਕਣੀ ਝਾਕਣ ਨਹੀਂ ਦਿੱਤਾ, ਅੰਦਰ ਤੇ ਕੀ ਵੜ ਲੈਣਗੇ। ਕਿਉਂਕਿ ਅੱਜ ਵੀ ਹੈ। ਮਹਾਰਾਜ ਕਹਿੰਦੇ ਰਮਾਇਣ ਦੇਖ ਲਿਓ ਭਾਈ, ਉਸੇ ਸਮੇਂ ਤੋਂ ਹਿੰਦੂਆਂ ਵਿੱਚ ਕੇਸ ਕਟਾਉਣ ਦਾ ਰਿਵਾਜ ਪੈ ਗਿਆ। ਜਿਹੜੀਆਂ ਸਾਖੀਆਂ ਮਹਾਰਾਜ ਕਲਗੀਧਰ ਪਿਤਾ ਨੇ ਸੁਣਾਈਆਂ, ਪਰਸ਼ੂਰਾਮ ਵਰਗਿਆਂ ਦੀਆਂ, ਜਨਮੇਜੇ ਵਰਗਿਆਂ ਦੀਆਂ, ਮਹਾਰਾਜ ਕਹਿੰਦੇ ਰਮਾਇਣ ਪੜ੍ਹ ਕੇ ਵੇਖਿਓ, ਉਸੇ ਸਮੇਂ ਇਹ ਕੇਸ ਕਟਾਉਣ ਦਾ ਰਿਵਾਜ ਸ਼ੁਰੂ ਹੋਇਆ, ਜਿਸ ਤੋਂ ਇਹ ਕੌਮ ਪਰਮੇਸ਼ਰ ਦੀ ਰਚਨਾ ਮੇਟਣ ਦੇ ਗੁਨਾਹ ਬਦਲੇ ਗੈਰ ਕੌਮਾਂ ਦੀ ਗੁਲਾਮ ਬਣਾ ਦਿੱਤੀ ਗਈ। ਮਹਾਰਾਜ ਕਹਿੰਦੇ ਸੋ ਜੇਕਰ ਹੁਣ ਵੀ ਇਹ ਕੌਮ ਇਕਮੁੱਠ ਹੋ ਕੇ ਨਾ, ਮਹਾਰਾਜ ਕਹਿੰਦੇ ਕੇਸਾ ਧਾਰੀ ਹੋ ਜਾਵੇ, ਸ਼ਾਸਤਰ ਧਾਰੀ ਹੋ ਜਾਵੇ, ਤਾਂ ਫਿਰ ਸਾਰੀਆਂ ਕੌਮਾਂ ਦੀ ਸਿਰਤਾਜ ਤੇ ਬਾਦਸ਼ਾਹ ਬਣ ਸਕਦੀ ਹੈ। ਮਹਾਰਾਜ ਕਹਿੰਦੇ ਤਾਂ ਹੀ ਅਸੀਂ ਕੇਸਾ ਧਾਰੀ ਪੰਥ ਸਾਜਿਆ ਆਪਣਾ ਅਲੱਗ। ਅਸੀਂ ਵੇਖ ਲਿਆ ਇਹ ਨਹੀਂ ਹੁਣ ਇਸ ਰਸਤੇ ਚੱਲਦੇ। ਮਹਾਰਾਜ ਕਹਿੰਦੇ ਅਸਾਂ ਨੇ ਗੁਰੂ ਨਾਨਕ ਦੀ ਚਲਾਈ ਮਾਰਗ ਨੂੰ ਖਾਲਸਾ ਪੰਥ ਦੇ ਵਿੱਚ ਬਦਲ ਦਿੱਤਾ ਹੈ, ਖਾਲਸਾ ਪੰਥ ਸਾਜਿਆ। ਇਹ ਬਚਨ ਸੁਣ ਕੇ ਸਾਰੀ ਸੰਗਤ ਖੁਸ਼ ਹੋਈ ਤੇ ਗੁਰੂ ਕੀ ਸੱਚੀ ਜਿਹੜੀ ਸਰਾਹ ਸੀ ਉਹਨੂੰ ਸੱਚੀ ਮੰਨ ਕੇ ਨਾ ਗੁਰੂ ਜੀ ਦੇ ਸਿੱਖ ਬਣ ਗਏ। ਕਿਉਂ? ਮਹਾਰਾਜ ਜੀ ਨੇ ਉਹਨਾਂ ਸਿੱਖਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਉਹਨਾਂ ਨੇ ਆਖਿਆ ਸੀ ਖਾਲਸਾ ਪੰਥ ਕਿਉਂ ਸਜਾਇਆ, ਕੇਸ ਕਿਉਂ ਰੱਖਣੇ ਜ਼ਰੂਰੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਵਿਚਾਰ ਚੁੱਕੇ ਆ, ਇਹਨਾਂ ਦੇ ਰਾਹੀਂ ਕਲਗੀਧਰ ਪਿਤਾ ਨੇ ਸਾਨੂੰ ਸਮਝਾਉਣਾ ਕੀਤਾ। ਅੱਜ ਆਪਾਂ ਵਿਚਾਰੀਆਂ ਨੇ, ਅੱਜ ਸਾਨੂੰ ਵੀ ਸਮਝਾ ਰਹੇ ਆ ਪਿਆਰਿਓ। ਇਹ ਨਾ ਸੋਚੀਏ ਕਿ ਜਿਹੜੇ ਉਦੋਂ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਦੇਖਦੇ ਰਹੇ ਉਹਨਾਂ ਨੂੰ ਹੀ ਕਿਹਾ ਸੀ, ਨਹੀਂ ਅੱਜ ਸਾਨੂੰ ਵੀ ਕਹਿੰਦੇ ਆ ਮਹਾਰਾਜ ਜੀ, ਕਿਉਂਕਿ ਬਚਨ ਆਪਾਂ ਪੜ੍ਹ ਰਹੇ ਆ ਨਾ ਇਤਿਹਾਸ ਦੇ ਉਹਨਾਂ ਦੇ, ਸਾਨੂੰ ਵੀ ਇਹੀ ਬਚਨ ਨੇ। ਆਓ ਪਿਆਰਿਓ ਗੁਰੂ ਦੇ ਬਚਨਾਂ ਤੇ ਫੁੱਲ ਚੜਾਈਏ, ਗੁਰੂ ਦੀ ਚਾਲੀ ਚੱਲਣਾ ਕਰੀਏ। ਜੋ ਗੁਰ ਕਹੈ ਸੋਈ ਭਲ ਮਾਨਾ, ਮਾਨੋ ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ, ਉਹਨੂੰ ਸੱਤ ਕਰਕੇ ਮੰਨਣਾ ਕਰੀਏ। ਕਿ ਗੁਰੂ ਮਾੜਾ ਤੇ ਕੁਝ ਮਾੜੀ ਸਿੱਖਿਆ ਤੇ ਦਿੰਦੇ, ਜਿਵੇਂ ਮਾਤਾ ਤੇ ਪਿਤਾ ਆਪਣੇ ਬੱਚੇ ਨੂੰ ਮਾੜੀ ਤੇ ਸਿੱਖਿਆ ਦਿੰਦੇ ਹੀ ਨਹੀਂ, ਚੰਗੀ ਦਿੰਦੇ ਆ ਨਾ, ਇਸੇ ਤਰ੍ਹਾਂ ਗੁਰੂ ਹੈ ਨਾ ਜਿਹੜਾ ਸੱਚਾ ਸਤਿਗੁਰੂ, ਉਹ ਆਪਣੀ ਸਿੱਖ ਨੂੰ ਚੰਗਾ ਹੀ ਸਿਖਾਉਂਦਾ, ਮਾੜਾ ਤੇ ਸਿਖਾਉਂਦੇ ਹੀ ਨਹੀਂ। ਤੇ ਸਾਰੀਆਂ ਗੱਲਾਂ ਗੁਰੂ ਦੀਆਂ ਚੰਗੀਆਂ ਮੰਨ ਕੇ ਪਿਆਰਿਓ ਇਹਨਾਂ ਨੂੰ ਜੀਵਨ ਦੇ ਵਿੱਚ ਆਪਣੇ ਲਾਗੂ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਸਮੱਤ ਬਖਸ਼ਣ, ਨਾਮ ਦੀ ਦਾਤ, ਸੇਵਾ ਸਿਮਰਨ, ਗੁਰਬਾਣੀ ਪੜ੍ਹਨ ਸੁਣਨ ਦੇ ਬਲ ਬਖਸ਼ਿਸ਼ ਕਰਨ। ਆਓ ਗੁਰਮਤਿ ਦੀ ਧਾਰਨੀ ਬਣ ਜਾਈਏ, ਨਸ਼ੇ ਪੱਤਿਆਂ ਦਾ ਤਿਆਗ ਕਰੀਏ, ਵਹਿਮਾਂ ਭਰਮਾਂ ਦਾ ਤਿਆਗ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।